ਲੋਕਰਾਣ ਤੇ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ। ਤੁਸੀਂ ਜੁੜੇ ਹੋਏ ਹੋ ਸਾਡੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ। ਦਰਸ਼ਕੋ, ਪੰਜਾਬ ਦੀ ਸਿਆਸਤ ਦਿਲਚਸਪ ਮੋੜ ਲੈਣ ਵੱਲ ਵਧ ਰਹੀ ਹੈ। ਹਾਲਾਂਕਿ ਜੋ ਬਿਰਤਾਂਤ ਸਿਰਜਿਆ ਗਿਆ ਸੀ, ਜੋ ਚੰਡੀਗੜ੍ਹ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਚਹਿਲ ਪਹਿਲ ਸੀ, ਜੋ ਲੱਗ ਰਿਹਾ ਸੀ ਕਿ ਸ਼ਾਂਤੀਪੂਰਵਕ ਕਾਂਗਰਸ ਸਭ ਸਮੇਟ ਦੂਗੀ, ਪਰ ਉਸ ਕਾਂਗਰਸ ਦੇ ਵਿੱਚ ਇਹਨਾਂ ਜੋ ਪਿਛਲੇ ਦਿਨਾਂ ਦੇ ਵਿੱਚ ਸਿਰਜਿਆ ਗਿਆ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖਾਨਾ ਜੰਗੀ ਵਧਣ ਵਾਲੀ ਹੈ। ਤੇ ਇਸ ਤੋਂ ਇਲਾਵਾ ਅਕਾਲੀ ਦਲ ਦਾ ਕੀ ਰੋਲ ਰਹੂਗਾ, ਆਮ ਆਦਮੀ ਪਾਰਟੀ ਕਿੱਥੇ ਕਿ ਸਟੈਂਡ ਕਰਦੀ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ, ਇਹਨਾਂ ਪੂਰੇ ਮਸਲਿਆਂ ਤੇ ਖੁੱਲ੍ਹ ਕੇ ਚਰਚਾ ਕਰਾਂਗੇ। ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਜੁੜੇ ਹੋਏ ਨੇ। ਸਰ, ਤੁਹਾਡਾ ਸਵਾਗਤ ਜੀ। ਸ਼ੁਕਰੀਆ। ਜੋ ਪੰਜਾਬ ਦਾ ਇਹ ਬਿਰਤਾਂਤ ਸਿਰਜਿਆ ਗਿਆ, ਕਾਂਗਰਸ ਪਾਰਟੀ ਵੱਲੋਂ ਕੈਬਨਿਟ ਬਦਲ ਦਿੱਤੀ ਗਈ, ਉਹਨਾਂ ਵੱਲੋਂ ਹੋਰ ਫੈਸਲੇ ਲਏ ਗਏ, ਕੀ ਲੱਗਦਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਕਿੱਥੋਂ ਤੱਕ 2022 ਦੇ ਵਿੱਚ ਇਹਦਾ ਪ੍ਰਭਾਵ ਰਹੂਗਾ? ਦੇਖੋ, ਪੰਜਾਬ ਦੇ ਵਿੱਚ ਕਾਂਗਰਸ ਦਾ ਪਿਛਲੇ ਲਗਭਗ 6 ਮਹੀਨੇ ਤੋਂ ਤਾਂ ਬਹੁਤ ਜ਼ਿਆਦਾ ਵਿਵਾਦ ਚੱਲ ਰਿਹਾ। ਪਹਿਲਾਂ ਵੀ ਸਵਾਲ ਉੱਠਦੇ ਰਹੇ ਨੇ ਕਾਰਗੁਜ਼ਾਰੀ ਤੇ, ਕੈਪਟਨ ਅਮਰਿੰਦਰ ਸਿੰਘ ਦੀ ਇਸ ਟੈਨਿਓਰ ਦੇ 4.5 ਸਾਲਾਂ ਦੇ ਵਿੱਚ ਵੀ। ਪਰ ਸਵਾਲ ਜਦੋਂ ਹੁਣ ਇੱਥੋਂ ਤੱਕ ਪਹੁੰਚ ਗਿਆ ਕਿ ਇੱਕਦਮ ਤਬਦੀਲੀ, ਚੀਫ ਮਿਨਿਸਟਰ ਬਦਲਣਾ ਜਾਂ ਬਾਕੀ ਸੀ, ਫਿਰ ਚੀਫ ਮਿਨਿਸਟਰ ਬਦਲਣ ਤੇ ਵੀ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਹੈ। ਉਹ ਕਹਿੰਦਾ ਕਿ ਮੈਨੂੰ ਅਪਮਾਨਿਤ ਕੀਤਾ ਗਿਆ ਹੈ, ਮੈਨੂੰ ਤਰੀਕਾ ਜਿਹੜਾ ਸੀ ਉਹ ਤਰੀਕਾ ਠੀਕ ਨਹੀਂ ਸੀ, ਮੈਂ ਅਸਤੀਫਾ ਦੇਣਾ ਚਾਹੁੰਦਾ ਸੀ। ਉਹ ਤਾਂ ਅੰਦਰੂਨੀ ਵਿਵਾਦ ਹੈਗਾ ਹੀ ਹੈ। ਦੂਜਾ, ਜਦੋਂ ਚੀਫ ਮਿਨਿਸਟਰ ਬਣਾਉਣ ਦੀ ਵਾਰੀ ਆਈ ਤਾਂ ਸੁਨੀਲ ਜਾਖੜ ਦਾ ਸਵਾਲ ਸੀ। ਸੁਨੀਲ ਜਾਖੜ ਨੂੰ 40 MLA ਨੇ ਓਨ ਵੀ ਕੀਤਾ ਕਿ ਸਾਨੂੰ ਇਹ ਠੀਕ ਹੈ, ਪਰ ਬਾਅਦ ਦੇ ਵਿੱਚ ਫਿਰ ਸਿੱਖ ਦਾ ਮਾਮਲਾ ਜਿਹੜਾ ਅੰਬਿਕਾ ਸੋਨੀ ਦੇ ਬਿਆਨ ਤੋਂ ਬਾਅਦ ਤੇ ਆਇਆ ਤਾਂ ਉਹਦੇ ਨਾਲ ਸੁਨੀਲ ਜਾਖੜ ਵੀ ਨਾਰਾਜ਼ ਦਿਖਾਈ ਦੇਣ ਲੱਗੇ ਕਿ ਉਹਨੇ ਕਿਹਾ ਵੀ ਜੇ ਤੁਸੀਂ ਇਨਸਾਨੀਅਤ ਨਹੀਂ ਦੇਖਦੇ, ਕਾਬਲੀਅਤ ਨਹੀਂ ਦੇਖਦੇ ਤਾਂ ਬਾਕੀ ਚੀਜ਼ਾਂ ਕੀ ਦੇਖੋਗੇ। ਫਿਰ ਅਸਲ ਦੇ ਵਿੱਚ ਇਹ ਚੱਲਿਆ, ਜੇ ਸਿੱਖ ਹੀ ਬਣਾਉਣਾ, ਜੱਟ ਸਿੱਖ ਬਣਾਉਣਾ, ਤਾਂ ਨਵਜੋਤ ਸਿੱਧੂ ਕਹਿੰਦਾ ਮੈਂ ਕਿਉਂ ਨਹੀਂ, ਸੁਖਜਿੰਦਰ ਸਿੰਘ ਰੰਧਾਵਾ ਕਹਿੰਦਾ ਮੈਂ ਕਿਉਂ ਨਹੀਂ। ਉਹਦੇ ਤੋਂ ਬਾਅਦ ਸੁਖਜਿੰਦਰ ਰੰਧਾਵੇ ਦੇ ਤਾਂ ਬਹੁਤ ਜ਼ਿਆਦਾ ਇਸ ਲੈਵਲ ਤੇ ਗੱਲ ਹੋਈ ਕਿ ਮਤਲਬ ਭੰਗੜੇ ਭੁੰਗੜੇ ਪੈਣ ਲੱਗ ਗਏ ਤੇ ਬਾਅਦ ਦੇ ਵਿੱਚ ਫਿਰ ਬਦਲ ਗਿਆ ਮਾਹੌਲ। ਫਿਰ ਪੂਰੀ ਸੋਚ ਵਿਚਾਰ ਤੋਂ ਬਾਅਦ ਮੇਰੇ ਖਿਆਲ ਉਹਨਾਂ ਨੇ ਇਹ ਲੱਗਿਆ ਕਿ ਪਾਰਟੀ ਦੇ ਵਿੱਚ ਦਫਾੜ ਲਗਾਤਾਰ ਪਊਗਾ, ਤਾਂ ਇੱਕ ਪੱਤਾ ਖੇਡਿਆ ਬਾਈ ਡਿਫਾਲਟ। ਫਿਰ ਇੱਕ ਨਾਮ ਆ ਗਿਆ, ਚਰਨਜੀਤ ਸਿੰਘ ਚੰਨੀ। ਚਰਨਜੀਤ ਸਿੰਘ ਚੰਨੀ ਚੀਫ ਮਿਨਿਸਟਰ ਬਣਾ ਦਿੱਤੇ ਗਏ ਤੇ ਬਾਵਜੂਦ ਇਹਦੇ ਕਿ ਸਾਰੇ ਬੰਦੇ ਅੰਦਰੋਂ ਚਾਹੇ ਆਪ ਚੀਫ ਮਿਨਿਸਟਰ ਬਣਨਾ ਚਾਹੁੰਦੇ ਸੀ, ਪਰ ਜਿਹੜਾ ਬਾਹਰੀ ਮਾਹੌਲ ਹੈ ਪੰਜਾਬ ਦੇ ਵਿੱਚ, ਉਹਨੂੰ ਦੇਖਦੇ ਹੋਏ ਸਭ ਨੂੰ ਉਹਨੂੰ ਵਧਾਈ ਵੀ ਦੇਣੀ ਪਈ, ਤਾੜੀ ਵੀ ਮਾਰਨੀ ਪਈ, ਕਿਉਂਕਿ ਇੱਕ ਬੜਾ ਵੱਡਾ ਵਰਗ ਜਿਹੜਾ 32% ਆਬਾਦੀ ਵਾਲਾ ਵਰਗ ਹੈ, ਉਹਦੀ ਨੁਮਾਇੰਦਗੀ ਚਰਨਜੀਤ ਸਿੰਘ ਚੰਨੀ ਕਰਦੇ ਨੇ। ਤੇ ਜਿਹਦੇ ਕਰਕੇ ਕਿਉਂਕਿ ਇੱਕ ਇਦੋਂ ਤਾਂ ਤਾੜੀ ਮਾਰਨੀ ਪਈ ਕਾਂਗਰਸੀਆਂ ਨੂੰ, ਇਦੋਂ ਪਹਿਲਾਂ ਵੀ ਇਹ ਵਰਤਾਂਤ ਸਿਰਜਿਆ ਜਾ ਰਿਹਾ, ਖਾਸ ਤੌਰ ਤੇ ਕਿਸਾਨ ਅੰਦੋਲਨ ਕਰਕੇ। ਕਿਸਾਨ ਅੰਦੋਲਨ ਨੇ ਜਦੋਂ ਸਥਿਤੀ ਇਹ ਬਣਾਤੀ ਕਿ ਸਿਆਸੀ ਪਾਰਟੀਆਂ ਨੂੰ ਜਵਾਬਦੇਹ ਬਣਾਉਣ ਦਾ, ਸਿਆਸੀ ਪਾਰਟੀਆਂ ਸਾਹਮਣੇ ਸਵਾਲ ਖੜੇ ਕਰਨ ਦਾ, ਜਾਂ ਇੱਕ ਐਡਾ ਵੱਡਾ ਅੰਦੋਲਨ ਸਾਡੇ ਸਾਹਮਣੇ ਜਦੋਂ ਦਿਖਾਈ ਦਿੰਦਾ ਤਾਂ ਸਾਰੀਆਂ ਪਾਰਟੀਆਂ ਦੀ ਜ਼ਮੀਨ ਖਿਸਕਦੀ ਦਿਖਾਈ ਦੇ। ਸਾਰੀਆਂ ਪਾਰਟੀਆਂ ਨੂੰ ਇਹ ਲੱਗਣ ਲੱਗ ਗਿਆ ਕਿ ਕਿਸਾਨੀ ਚੋਂ ਤਾਂ ਹੁਣ ਸਾਡੇ ਨਾਲ ਕੌਣ ਆਏਗਾ ਕੌਣ ਨਹੀਂ ਅਜੇ ਨਹੀਂ ਪਤਾ। ਤੇ ਸਾਰੀਆਂ ਪਾਰਟੀਆਂ ਤੇ ਉਹਨਾਂ ਨੇ ਰੈਲੀਆਂ ਤੇ ਚੈੱਕ ਲਾਤਾ, ਸਵਾਲ ਕਰਨੇ ਸ਼ੁਰੂ ਕਰਤੇ। ਤਾਂ ਉਦੋਂ ਤੋਂ ਇੱਕ ਗੱਲ ਇਹ ਸ਼ੁਰੂ ਹੋ ਗਈ ਕਿ ਫਿਰ ਜਿਹੜਾ ਇੱਕ ਬੜਾ ਵੱਡਾ ਵਰਗ ਹੈਗਾ ਅਨੁਸੂਚਿਤ ਜਾਤੀ ਦਾ, ਉਹਦੇ ਚੋਂ ਕਿਉਂ ਨਾ ਵੋਟ ਦਾ ਹਿੱਸਾ ਲਿਆ ਜਾਏ। ਉਸ ਵਰਤਾਂਤ ਨੂੰ ਬੀਜੇਪੀ ਨੇ ਸ਼ੁਰੂ ਕੀਤਾ। ਬੀਜੇਪੀ ਨੇ ਸ਼ੁਰੂ ਕਰਕੇ ਪਹਿਲਾਂ ਦਲਿਤ ਵਰਸਜ ਕਿਸਾਨ ਬਣਾਉਣ ਦੀ ਟਰਾਈ ਵੀ ਕੀਤੀ ਤੇ ਫਿਰ ਇਹ ਕੀਤਾ ਕਿ ਅਸੀਂ ਚੀਫ ਮਿਨਿਸਟਰ ਵੀ ਜਿਹੜਾ ਅਨੁਸੂਚਿਤ ਜਾਤੀ ਤੋਂ ਬਣਾ ਦਿਆਂਗੇ। ਤੇ ਆਪ ਨੇ ਪਹਿਲਾਂ ਤੋਂ ਅਨਾਉਂਸ ਕੀਤਾ ਹੋਇਆ ਕਿ ਅਸੀਂ ਤਾਂ ਉਪ ਮੁੱਖ ਮੰਤਰੀ ਬਣਾਵਾਂਗੇ, ਪਰ ਹੁਣ ਲੀਡਰ ਆਫ ਦੀ ਆਪੋਜੀਸ਼ਨ ਹੈਗਾ ਹੀ ਹੈ। ਅਕਾਲੀ ਦਲ ਨੇ ਵੀ BSP ਨਾਲ ਸਮਝੌਤਾ ਕਰਕੇ ਇੱਕ ਆਪਣੇ ਵੱਲੋਂ ਮਾਸਟਰ ਸਟ੍ਰੋਕ ਕੀਤਾ ਸੀ ਕਿ ਅਸੀਂ ਇੱਕ ਯੂਨਿਟੀ ਬਣਾ ਲਈ ਤੇ ਸ਼ਾਇਦ ਹੁਣ ਅਸੀਂ ਅੱਗੇ ਚਲੇ ਗਏ ਹਾਂ। ਇਸ ਵਰਤਾਂਤ ਦਾ ਆ ਕੇ ਇੱਥੇ ਜਾ ਕੇ ਖੜ ਜਾਂਦਾ ਕਿ ਜਦੋਂ ਫਿਰ ਚੀਫ ਮਿਨਿਸਟਰ ਹੀ ਬਣਾ ਦਿੰਦੇ ਹੋ ਤੁਸੀਂ ਕਿਸੇ ਉਹਨੂੰ, ਤਾਂ ਇੱਕ ਮਾਹੌਲ ਵਾਕਈ ਚਾਹੇ ਸਿੰਬੋਲਿਕ ਹੁੰਦਾ, ਸਿੰਬਲ ਨੇ, ਮਤਲਬ ਕਿਸੇ ਜਾਤੀ ਦੇ ਵਿੱਚੋਂ ਜਾਂ ਇੱਕ ਵਰਗ ਦੇ ਵਿੱਚੋਂ, ਇੱਕ ਧਰਮ ਦੇ ਵਿੱਚੋਂ ਬੰਦਾ ਬਣ ਜਾਣ ਨਾਲ ਜ਼ਰੂਰੀ ਨਹੀਂ ਹੈ ਕਿ ਉਹਦੇ ਮਸਲੇ ਹੱਲ ਹੋ ਜਾਂਦੇ ਨੇ ਜਾਂ ਉਹਨਾਂ ਦੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ। ਜਿਵੇਂ ਜੇਕਰ ਉਦਾਹਰਨ ਦੇਣੀ ਹੋਵੇ ਤਾਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਜੱਟ ਵੀ ਨੇ, ਸਿੱਖ ਵੀ ਨੇ। ਕੈਪਟਨ ਅਮਰਿੰਦਰ ਸਿੰਘ ਜੱਟ ਵੀ ਹੈ, ਸਿੱਖ ਵੀ ਹੈ। ਤੇ ਕਿਸਾਨ ਜਿਹੜਾ ਹੈ ਉਹ ਖੁਦਕਸ਼ੀਆਂ ਕਰ ਰਿਹਾ ਇਹਨਾਂ ਦੇ ਰਾਜ ਦੇ ਵਿੱਚ ਵੀ, ਤੇ ਬੇਅਦਬੀ ਦਾ ਮੁੱਦਾ ਵੀ ਇਹਨਾਂ ਦੇ ਰਾਜ ਦੇ ਵਿੱਚ ਹੀ ਅਣਸੁਲਝਿਆ ਹੋਇਆ ਪਿਆ ਹੋਇਆ। ਜੇਕਰ ਇਸ ਕਰਕੇ ਹੋਣਾ ਹੁੰਦਾ ਜਾਤ ਦੇ ਆਧਾਰ ਤੇ, ਇਸ ਲਈ ਕੋਈ ਚੰਨੀ ਦੇ ਬਣਨ ਵਾਲੇ ਦਾ ਮਤਲਬ ਇਹ ਨਹੀਂ ਹੈ ਕਿ ਇੱਕੋ ਦਮ ਅਨੁਸੂਚਿਤ ਜਾਤੀ ਦਾ ਕੋਈ ਲੈਵਲ ਵੱਧ ਜਾਏਗਾ ਜਾਂ ਬਾਕੀ ਚੀਜ਼ਾਂ ਨੇ। ਪਰ ਇੱਕ ਜਿਹੜੀ ਪ੍ਰਤੀਕਾਤਮਕ ਪਹੁੰਚ ਹੁੰਦੀ ਹੈ ਕਿ ਸਾਡਾ ਬੰਦਾ ਬਣਿਆ, ਭਾਵਨਾਤਮਕ ਇੱਕ ਅਪਰੋਚ ਹੁੰਦੀ ਹੈ, ਉਹਦਾ ਵੋਟਾਂ ਤੇ ਬਹੁਤ ਅਸਰ ਪੈਂਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉਹ ਚੀਜ਼ ਸਾਡੇ ਸਾਹਮਣੇ ਦਿਖਾਈ ਦਿੱਤੀ। ਇਸੇ ਕਰਕੇ ਜਿਹੜੀ ਇਹ ਗੱਲ ਹੁੰਦੀ ਹੈ ਕਿ ਬਾਹਰੋਂ ਤਾਂ ਕੋਈ ਵਿਰੋਧ ਨਹੀਂ ਕਰ ਰਿਹਾ ਕਿ
ਜਿਹੜਾ ਚਰਨਜੀਤ ਸਿੰਘ ਚੰਨੀ ਕਮਾਲ ਕਰਤੀ ਕਾਂਗਰਸ ਨੇ, ਪੂਰੇ ਦੇਸ਼ ਦੇ ਵਿੱਚ ਇੱਕ ਗੱਲ ਡਿਬੇਟ ਹੋਣ ਲੱਗ ਗਈ, ਬਹਿਸ ਹੋਣ ਲੱਗ ਗਈ ਕਿ ਕਾਂਗਰਸ ਨੇ ਮਾਸਟਰ ਸਟ੍ਰੋਕ ਮਾਰਿਆ, ਦੇਸ਼ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਗੱਲ ਕਰਤੀ ਹੈ ਕਿ ਪਹਿਲੀ ਇੱਕ ਚੀਫ ਮਿਨਿਸਟਰ ਬਣਾਤਾ ਇਸ ਲੈਵਲ ਦਾ। ਤੇ ਹੁਣ ਪਰ ਕਾਂਗਰਸ ਦੇ ਅੰਦਰੂਨੀ ਅਜੇ ਵੀ ਮਨ ਤਿਆਰ ਨਹੀਂ ਹੈ, ਗਰੁੱਪਬਾਜੀ ਅਜੇ ਵੀ ਉਵੇਂ ਹੀ ਹੈ। ਤੇ ਉਹ ਗਰੁੱਪਬਾਜੀ ਕਾਂਗਰਸ ਕਮੇਟੀ ਬਣਾਉਣ ਨੂੰ ਲੈ ਕੇ ਵੀ ਹੋਏਗੀ, ਉਹ ਗਰੁੱਪਬਾਜੀ ਮਿਨਿਸਟਰੀ ਬਣਾਉਣ ਨੂੰ ਵੀ ਲੈ ਕੇ ਚੱਲ ਰਹੀ ਹੈ, ਉਹ ਗਰੁੱਪਬਾਜੀ ਅੱਗੇ ਜਿਹੜੇ ਵਿਭਾਗ ਮਿਲਨੇ ਨੇ ਉਹਨਾਂ ਨੂੰ ਲੈ ਕੇ ਵੀ ਹੋਣੀ ਹੈ। ਇਸ ਤੋਂ ਬਾਅਦ ਵੀ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਨੇ। ਜਿਵੇਂ ਪਹਿਲਾਂ ਇੱਕ ਸੰਕੇਤ ਆਏ ਨੇ ਕਿ ਜਦੋਂ ਚਰਨਜੀਤ ਸਿੰਘ ਚੰਨੀ ਨੇ ਮਤਲਬ ਓਥ ਲੈਣ ਤੋਂ ਬਾਅਦ ਅਹੁਦਾ ਸੰਭਾਲਿਆ, ਉਦੋਂ ਨਵਜੋਤ ਸਿੰਘ ਸਿੱਧੂ ਹਾਜ਼ਰ ਨੇ। ਜਦੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਮਾਰਿਆ ਉਦੋਂ ਚਲੇ ਗਏ ਵੀ ਉੱਥੇ ਨਹੀਂ ਹੈ। ਲੋਕ ਇਹਨਾਂ ਦਾ ਵੀ ਅੰਦਾਜ਼ਾ ਲਾਉਂਦੇ ਨੇ। ਦੂਜਾ ਲੋਕ ਇਹਨਾਂ ਦਾ ਵੀ ਅੰਦਾਜ਼ਾ ਲਾਉਂਦੇ ਨੇ ਕਿ ਜਦੋਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਵਿਵਹਾਰ ਨਵਜੋਤ ਸਿੰਘ ਸਿੱਧੂ ਦਾ ਥੋੜ੍ਹਾ ਜਿਹਾ ਜ਼ਿਆਦਾ ਹੈ ਚੰਨੀ ਨੂੰ ਤੋਂ ਆਪਣੇ ਆਪ ਨੂੰ ਰੁਤਬੇ ਦੇ ਤੌਰ ਤੇ ਵੱਡਾ ਦਿਖਾਉਣ ਦਾ, ਚਾਹੇ ਉਹ ਪਹਿਲੀ ਕੈਬਨਿਟ ਸੀ, ਉਦੋਂ ਬਾਅਦ ਆ ਕੇ ਕਹਿਣਾ ਕਿ 5 ਮੁੱਦੇ ਦਿੱਤੇ ਨੇ, ਦੇਖੋ ਉਹ ਜੋ ਕਰਨਗੇ ਉਸ ਲਿਹਾਜ਼ ਦੀ ਗੱਲ ਹੈ। ਸੁਖਜਿੰਦਰ ਰੰਧਾਵਾ ਪਹਿਲਾਂ ਹੀ ਕਹਿ ਚੁੱਕਿਆ ਵੀ ਸਾਡੇ ਕੋਲ ਨਾ 5 ਮੁੱਦੇ ਆਏ ਨੇ ਤੇ ਨਾ ਸਾਨੂੰ 5 ਮੁੱਦਿਆਂ ਦਾ ਪਤਾ ਹੈ, ਇਹ ਉਹਨਾਂ ਨੂੰ ਹੀ ਪਤਾ ਹੋਏਗਾ। ਤੇ ਇਸੇ ਤਰ੍ਹਾਂ ਫਿਰ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਦਾ ਮੋਢਾ ਦੱਬੀ ਜਾਣਾ, ਕੰਨ ਦੇ ਵਿੱਚ ਕੁਝ ਕਹਿ ਦੇਣਾ, ਫਿਰ ਦਰਬਾਰ ਸਾਹਿਬ ਜਾਂਦੇ ਨੇ ਉਦੋਂ ਵੀ ਬਾਂਹ ਤੋਂ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਇੱਕ ਗੱਲ ਹੋਰ ਚੱਲ ਪਈ ਹੈ ਕਿ ਤੁਸੀਂ ਉਹਨੂੰ ਸ਼ੈਡੋ ਕਰਨ ਦੀ ਕੋਸ਼ਿਸ਼ ਕਰਦੇ ਹੋ। ਚੀਫ ਮਿਨਿਸਟਰ ਤਾਂ ਤੁਸੀਂ ਬਣਾਤਾ, ਤੁਸੀਂ ਪੇਸ਼ ਇਹ ਕਰ ਰਹੇ ਹੋ ਕਿ ਅਸੀਂ ਆਪ ਉਦੋਂ ਜ਼ਿਆਦਾ ਤਾਕਤਵਰ ਹਾਂ। ਇਹਨਾਂ ਹੀ ਗੱਲਾਂ ਦੇ ਵਿੱਚ ਕਸਮ ਦੇ ਵਿੱਚ ਹਾਈ ਕਮਾਂਡ ਜਿਹੜੀ ਆ ਉਹ ਜ਼ਿਆਦਾ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ। ਇਸੇ ਕਰਕੇ ਪਹਿਲਾਂ ਜਾਂਦੇ ਨੇ ਕੈਬਨਿਟ ਦਾ ਕੌਣ ਕੌਣ ਬੰਦੇ ਹੋਣਗੇ ਡਿਸਕਸ ਕਰੇ ਆਉਂਦੇ ਨੇ, ਅਗਲੇ ਦਿਨ ਵਾਪਸ ਆ ਗਏ, ਅਗਲੇ ਦਿਨ ਫਿਰ ਦੁਬਾਰਾ ਚਿੱਠੀ ਆ ਗਿਆ, ਟੈਲੀਫੋਨ ਆ ਗਿਆ, ਤੁਸੀਂ ਵਾਪਸ ਆ ਜਾਓ। ਇਹਦਾ ਮਤਲਬ ਕਿੰਨੇ ਬੰਦੇ ਕਾਂਗਰਸ ਦੇ ਵਿੱਚ ਦਬਾਅ ਬਣਾ ਰਹੇ ਨੇ ਕਿ ਉੱਪਰ ਵੀ ਜਿਹੜੇ ਸੀਨੀਅਰ ਲੀਡਰ ਵੀ ਨੇ ਕਿ ਪੰਜਾਬ ਵਾਲਾ ਮੇਰਾ ਬੰਦਾ ਆ ਬਣਨਾ ਚਾਹੀਦਾ, ਮੇਰਾ ਬੰਦਾ ਆ ਬਣਨਾ ਚਾਹੀਦਾ। ਇਹ ਕਸਮ ਨਾਲ ਨਜਿੱਠੇਗੀ ਕਿਵੇਂ ਕਾਂਗਰਸ ਦੀ ਹਾਈ ਕਮਾਂਡ ਜਿਹੜੀ ਕਿ ਅਜੇ ਇੰਨੀ ਕਮਜ਼ੋਰ ਹੈ? ਇਹ ਬਹੁਤ ਬੜਾ ਅਜੇ ਸਵਾਲ ਹੈ। ਔਰ ਇੱਕ ਗੱਲ ਜ਼ਰੂਰ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਜੋ ਆਪਣਾ ਸਲੀਕਾ, ਜਿਹੜਾ ਵਿਵਹਾਰ, ਜਿਹੜਾ ਕਾਰਗੁਜ਼ਾਰੀ ਦਾ ਤਰੀਕਾ ਅਪਣਾਇਆ ਉਹ ਗਿਣਨਯੋਗ ਜ਼ਰੂਰ ਹੈ। ਜਿਵੇਂ ਉਹਨੇ ਕਹਿਤਾ ਕਿਸੇ ਕਾਲਜ ਦੇ ਵਿੱਚ ਜਾ ਕੇ ਮੁੰਡਿਆਂ ਨਾਲ ਭੰਗੜਾ ਪਾਉਣਾ, ਆਮ ਲੋਕਾਂ ਨੂੰ ਮਿਲਣਾ, ਕਿਸੇ ਬੈਂਡ ਬਾਜੇ ਵਾਲੇ ਨੂੰ ਜੱਫੀ ਪਾ ਲੈਣਾ, ਕਿਸੇ ਬਾਕੀ ਜਗ੍ਹਾ ਜਾ ਕੇ ਕਹਿਣਾ ਕਿ ਮੈਂ ਆਮ ਆਦਮੀ ਆਈ ਰਹੂੰ, ਮੇਰੀ ਸਿਕਿਉਰਿਟੀ, ਮੈਂ 1000 ਬੰਦਾ ਕੀ ਕਰਨਾ, ਸਿਕਿਉਰਿਟੀ ਘਟਾ ਦਿੱਤੀ ਜਾਏ। ਇਹਦੇ ਤੋਂ ਇਹ ਵੀ ਸਮਝਣਾ ਚਾਹੀਦਾ ਕਾਂਗਰਸੀ ਲੀਡਰਾਂ ਨੂੰ, ਬਾਕੀ ਨੂੰ ਵੀ ਉਹਨੂੰ ਇੰਨੇ ਹਲਕੇ 'ਚ ਨਹੀਂ ਲੈਣਾ ਚਾਹੀਦਾ, ਕਿਉਂਕਿ ਆਮ ਬੰਦਾ ਜਿਹੜੀਆਂ ਗੱਲਾਂ ਬੜੀ ਦੇਰ ਤੋਂ ਆਪਦੇ ਦਿਮਾਗ 'ਚ ਲੈ ਕੇ ਬੈਠਾ ਹੈ। ਮਨਪ੍ਰੀਤ ਬਾਦਲ ਨੇ ਜਦੋਂ ਪੀਪੀ ਬਣਾਈ ਸੀ ਤੇ ਫਿਰ ਆਮ ਆਦਮੀ ਪਾਰਟੀ ਜਦੋਂ ਆਈ, ਇਹ ਵੀ ਕਹਿੰਦੇ ਸੀ VIP ਕਲਚਰ ਖਤਮ ਕਰਾਂਗੇ, ਫਲਾਨਾ, ਪਰ ਉਹ ਸਾਰੀਆਂ ਗੱਲਾਂ ਰਹਿ ਗਈਆਂ ਅਸਲ 'ਚ। ਜੇ ਕੋਈ ਚੀਫ ਮਿਨਿਸਟਰ ਬਣ ਕੇ ਉਹ ਗੱਲਾਂ ਨੂੰ ਆਪਣੇ ਤੌਰ ਤਰੀਕਿਆਂ ਦੇ ਵਿੱਚ ਲੈ ਆਉਂਦਾ ਤਾਂ ਲੋਕਾਂ ਦੇ ਮਨੋਵਿਗਿਆਨ ਤੇ ਅਸਰ ਤਾਂ ਪਊਗਾ ਹੀ ਪਊਗਾ। ਇਹ ਇੱਕ ਬਹੁਤ ਬੜਾ ਸਵਾਲ ਖੜਾ ਹੋ ਰਿਹਾ। ਰਾਜਨੀਤੀ 'ਚ ਤਬਦੀਲੀ ਜਿਹੜੀ ਘੱਟੋ ਘੱਟ ਇੰਨੀ ਕੁ ਵੱਡੇ ਮੁੱਦਿਆਂ ਤੇ ਕੀ ਹੁੰਦਾ ਕੀ ਨਹੀਂ ਹੁੰਦਾ ਤਾਂ ਅਗਲੀ ਕਾਰਗੁਜ਼ਾਰੀ ਤੋਂ ਪਤਾ ਲੱਗੇਗਾ, ਪਰ ਹੁਣੇ ਤੋਂ ਲੋਕ ਥੋੜਾ ਜਿਹਾ ਇੱਕ ਵੈਲਕਮ, ਇੱਕ ਸਵਾਗਤ ਕਰਨ ਲੱਗੇ ਕਿ ਸਾਡੇ 'ਚ ਪਹਿਲੀ ਵਾਰ ਇਹੋ ਜਿਹਾ ਅਸੀਂ ਕੋਈ ਚੀਫ ਮਿਨਿਸਟਰ ਦੇਖਿਆ ਜਿਹੜਾ ਕਾਮਨ ਬੰਦਿਆਂ ਦੀ ਤਰ੍ਹਾਂ ਮਿਲਦਾ ਗਿਲਦਾ ਹੈ, ਉਵੇਂ ਹੀ ਨੱਚਦਾ, ਉਵੇਂ ਹੀ ਰੋਂਦਾ, ਉਵੇਂ ਹੀ ਹੱਸਦਾ। ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ, ਡੁਪਲੀਕੇਸੀ ਘੱਟ ਨਜ਼ਰ ਆਉਂਦੀ ਹੈ। ਇਸ ਕਰਕੇ ਨਾ ਅੰਦਰੂਨੀ ਕਾਂਗਰਸੀਆਂ ਨੂੰ, ਨਾ ਅਕਾਲੀਆਂ ਨੂੰ, ਨਾ ਆਮ ਆਦਮੀ ਪਾਰਟੀ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ। ਇਸੇ ਕਰਕੇ ਇਹ ਗੱਲ ਜੇਕਰ ਉਹ ਨਾਲ ਕੁਝ ਕਾਰਗੁਜ਼ਾਰੀ ਦੂਜੀ ਵੀ ਦਿਖਾ ਜਾਂਦਾ ਹੈ, ਜੇ ਹਾਈ ਕਮਾਂਡ ਮੌਕਾ ਦੇਗੀ, ਜੇ ਤਾਂ ਹਾਈ ਕਮਾਂਡ ਕਲਚਰ ਐਵੇਂ ਹੀ ਚੱਲਣਾ ਹੈ ਤੇ ਉਹਨੂੰ ਆਪਣੇ ਮਨਮਰਜ਼ੀ ਦੇ ਕੁਝ ਫੈਸਲੇ ਨਹੀਂ ਕਰਨ ਦੇਣੇ, ਫਿਰ ਤਾਂ ਅਲੱਗ ਗੱਲ ਹੈ। ਜੇ ਕੁਝ ਫੈਸਲੇ ਗਰੀਬਾਂ ਦੇ ਪੱਖ 'ਚ, ਬਾਕੀ ਲੋਕਾਂ ਦੇ ਪੱਖ 'ਚ ਹੁੰਦੇ ਨੇ ਤਾਂ ਆਉਣ ਵਾਲੇ ਸਮੇਂ 'ਚ 2022 'ਚ ਕਾਂਗਰਸ ਦਾ ਚਿਹਰਾ ਸਿੱਧੂ ਬਣੇਗਾ ਜਾਂ ਕੌਣ ਬਣੇਗਾ ਇਹ ਵੀ ਸੌਖਾ ਨਹੀਂ। ਤੇ ਜੇ ਇੱਕ ਚੀਫ ਮਿਨਿਸਟਰ ਦੀ ਲੋਕਾਂ ਦੇ ਵਿੱਚ ਠੀਕ ਛਵੀ ਬਣ ਜੇ ਤਾਂ ਚਿਹਰਾ ਕਿਸੇ ਦੂਜੇ ਨੂੰ ਲਿਆਉਂਗੇ ਤਾਂ ਇਹ ਸੰਭਵ ਨਹੀਂ ਹੋਣਾ, ਇਹ ਬੜਾ ਔਖਾ ਹੋ ਜਾਏਗਾ। ਉਸ ਤੋਂ ਬਾਅਦ ਇਸੇ ਲਈ ਇਹ ਲੜਾਈ ਦੇ ਵਿੱਚ ਜਿਹੜਾ ਹੁਣ ਇਸ ਸਮੇਂ ਫੋਕਸ ਇਸ ਗੱਲ ਤੇ ਹੋ ਗਿਆ, ਆਮ ਆਦਮੀ ਪਾਰਟੀ ਔਰ ਅਕਾਲੀ BSP ਅਲਾਇੰਸ ਵੀ ਮਹਿਸੂਸ ਕਰ ਰਿਹਾ ਕਿ ਉਹਨੂੰ ਕਿਵੇਂ ਰਿਐਕਟ ਕਰੇ, ਉਹਦੇ ਤੇ ਹੁੰਗਾਰਾ ਕਿਵੇਂ ਭਰੇ। ਕਦੇ ਤਾਂ ਉਹ ਇਹ ਕਹਿ ਰਿਹਾ ਕਿ ਤੁਸੀਂ ਦੱਸੋ ਕਲੀਅਰ ਕੱਟ ਤੁਹਾਡਾ ਕੌਣ ਬਣੇਗਾ ਚਿਹਰਾ, ਆਹ ਬਣੂਗਾ ਜਾਂ ਉਹ ਬਣੂਗਾ। ਹੋਰ ਕੋਈ ਬਹੁਤ ਵੱਡਾ ਉਹਨਾਂ ਕੋਲ ਇੱਕ ਗੱਲ ਨਹੀਂ ਹੈ, ਕਿਉਂਕਿ ਪ੍ਰੋਗਰਾਮ ਤੇ ਤਾਂ ਕਿਸੇ ਦਾ ਵੀ ਕੋਈ ਵਖਰੇਵਾਂ ਨਹੀਂ ਹੈ। ਪ੍ਰੋਗਰਾਮ ਤਾਂ ਇੱਕੋ ਹੀ ਆ ਸਾਰਿਆਂ ਦਾ ਲਾ ਪਾ ਕੇ। ਗੱਲ ਤਾਂ ਕੇਵਲ ਚਿਹਰਿਆਂ ਤੇ ਹੀ ਹੋ ਰਹੀ ਸੀ ਆਲੇ ਦੁਆਲੇ। ਆਮ ਆਦਮੀ ਪਾਰਟੀ ਨੂੰ ਤਾਂ ਅਜੇ ਤੱਕ ਚਿਹਰਾ ਹੀ ਨਹੀਂ ਲੱਭਿਆ। ਜਿਹੜਾ ਚਿਹਰਾ ਬਣਨ ਦੀ ਕੋਸ਼ਿਸ਼ ਕਰਦਾ ਉਹ ਰੁੱਸ ਕੇ ਬੈਠਾ ਹੋਇਆ। ਜਿਵੇਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਕਾਰਡ ਖੇਡਿਆ ਸੀ BSP ਨਾਲ ਅਲਾਈਅੰਸ ਕਰਕੇ, ਇਸ ਪੂਰੇ ਘਟਨਾਕ੍ਰਮ ਤੋਂ ਬਾਅਦ
ਹੁਣ ਕੀ ਲੱਗਦਾ ਸ਼੍ਰੋਮਣੀ ਅਕਾਲੀ ਦਲ ਨੂੰ ਕਿੱਥੋਂ ਤੱਕ ਮਾਤ ਪੈ ਸਕਦੀ ਹੈ 2022 ਦੇ ਵਿੱਚ, ਜੋ ਇਹ ਦਲਿਤ ਕਾਰਡ ਤੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਉਣਾ ਚਾਹੁੰਦਾ ਸੀ? ਨਹੀਂ, ਮੈਨੂੰ ਇਹ ਲੱਗਦਾ ਕਿ 2022 ਦੀਆਂ ਇਲੈਕਸ਼ਨ ਐਡੀਆਂ ਸਿੱਧੀਆਂ ਵੀ ਨਹੀਂ ਹੋਣਗੀਆਂ। ਇੱਕ ਤਾਂ ਠੀਕ ਹੈ ਕਿ ਕੱਲਾ ਕੀ ਜਾਤ ਦੇ ਆਲੇ ਦੁਆਲੇ ਹੀ ਘੁੰਮ ਜਾਣਗੀਆਂ ਸਾਰੀਆਂ ਜਿਹੜੀਆਂ ਪਾਰਟੀਆਂ ਨੇ। ਹਾਂ, ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਿਸ ਤਰੀਕੇ ਦੇ ਨਾਲ ਬੀਐਸਪੀ ਨੂੰ ਲਾ ਕੇ ਉਹ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਸੀ, ਮੈਨੂੰ ਲੱਗਦਾ ਇਹਦੇ ਨਾਲ ਉਹ ਨਿਊਟਰਲ ਹੁੰਦਾ ਨਜ਼ਰ ਆ ਰਿਹਾ। ਮਤਲਬ ਉਹ ਉਵੇਂ ਵਰਕ ਨਹੀਂ ਕਰੇਗਾ ਜਿਵੇਂ ਇੱਕ ਵਾਰ ਕਾਂਗਰਸੀ ਨਿਰਾਸ਼ ਹੋ ਗਏ ਸੀ। ਘੱਟੋ ਘੱਟ ਦੁਆਬੇ 'ਚ ਜ਼ਰੂਰ ਅਸਰ ਪਊਗਾ, ਬਾਕੀ ਜਗ੍ਹਾ ਜ਼ਰੂਰ ਅਸਰ ਪਊਗਾ। ਇਸ ਦੇ ਨਾਲ ਚੰਨੀ ਦੇ ਬਣਨ ਦੇ ਨਾਲ ਮੈਨੂੰ ਲੱਗਦਾ ਕਿ ਅਕਾਲੀਆਂ ਦਾ ਉਹ ਜਿਹੜਾ ਤਰੁੱਪ ਦਾ ਪੱਤਾ ਸੀ ਉਹ ਕਮਜ਼ੋਰ ਹੋ ਗਿਆ ਇੱਕ ਹੱਦ ਤੱਕ, ਤੇ ਬਾਕੀ ਤੇ ਵੀ ਉਹਦਾ ਅਸਰ ਪੈਣਾ। ਪਰ ਕੇਵਲ ਇੰਨੇ ਨਾਲ ਹੀ ਪੰਜਾਬ ਦੇ ਲੋਕਾਂ ਨੇ ਹੁਣ ਵੋਟ ਦੇ ਦੇਣੀ ਹੈ ਜਾਂ ਪੰਜਾਬ ਦੇ ਲੋਕਾਂ ਦੀ ਸੰਤੁਸ਼ਟੀ ਹੋ ਜਾਣੀ ਹੈ, ਬੜਾ ਔਖਾ ਕੰਮ ਹੈ। ਪੰਜਾਬ ਦੇ ਲੋਕ 1 ਸਾਲ ਤੋਂ 10 ਮਹੀਨੇ ਤੱਕ ਕੱਲ੍ਹ ਨੂੰ ਦਿੱਲੀ ਹੋ ਜਾਣਗੇ ਗਿਆਂ ਨੂੰ, ਬੰਦਿਆਂ ਨੂੰ ਅੰਦੋਲਨ 'ਚ 700 ਬੰਦੇ ਤੋਂ ਵੱਧ ਮਰ ਚੁੱਕੇ ਹੈ, ਸ਼ਹੀਦ ਹੋ ਚੁੱਕੇ ਹੈ, ਤੇ ਇੱਥੇ ਲਗਭਗ 125-30 ਜਗ੍ਹਾ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਬੈਠੇ ਹੋਏ ਨੇ ਲੋਕ। ਉਹ ਅੰਦੋਲਨ ਜਿਹਨੇ ਲੋਕਾਂ 'ਚ ਦਲੇਰੀ ਪੈਦਾ ਕੀਤੀ ਹੈ, ਲੀਡਰਾਂ ਦੇ ਗਲਾਂ 'ਚ ਹਾਰ ਪਾਉਣ ਦੀ ਬਜਾਏ ਉਹਨਾਂ ਨੂੰ ਸਵਾਲ ਪੈਦਾ ਕਰਨ ਦੀ, ਜਿਹੜੇ ਲੋਕਾਂ ਦੇ ਇਹ ਜਿਹੜੇ ਉਹਨੇ ਮੁੱਦੇ ਖੜੇ ਕੀਤੇ ਨੇ ਕਿ ਕਾਰਪੋਰੇਟ ਵਿਕਾਸ ਦੇ ਮਾਡਲ ਨੂੰ ਚੁਣੌਤੀ ਅਸੀਂ ਦੇ ਰਹੇ ਹਾਂ ਕਿਸਾਨ ਅੰਦੋਲਨ ਦੇ ਤੌਰ ਤੇ, ਫੈਡਰਲਿਜ਼ਮ ਦੀ ਲੜਾਈ ਅਸੀਂ ਲੜ ਰਹੇ ਹਾਂ ਕਿਉਂਕਿ ਕੇਂਦਰ ਸਰਕਾਰ ਕਾਨੂੰਨ ਨਹੀਂ ਬਣਾ ਸਕਦੀ, ਖੇਤੀ ਰਾਜਾਂ ਦਾ ਵਿਸ਼ਾ ਹੈ। ਇਹਨਾਂ ਮੁੱਦਿਆਂ ਨੂੰ ਨਹੀਂ ਤੁਸੀਂ ਐਂ ਛੱਡ ਸਕਦੇ ਉੱਪਰ ਦੀ ਲੰਘ ਕੇ ਕੋਈ ਤੁਹਾਨੂੰ ਵੋਟਾਂ ਪਾ ਦੂ। ਅਜੇ ਇੱਕ ਗੱਲ ਹੋਰ ਵੀ ਆ ਰਹੀ ਹੈ, ਸਾਰੀ ਸਿਆਸਤ ਨੇ ਇਹ ਦੇਖਣਾ ਹੋਏਗਾ ਕਿ ਕਿਸਾਨ ਅੰਦੋਲਨ ਦੀਆਂ ਧਿਰਾਂ 22 ਦੇ ਵਿੱਚ ਕੀ ਸਟੈਂਡ ਲੈਂਦੀਆਂ ਨੇ ਪੰਜਾਬ ਦੇ ਲਈ। ਤੇ ਜਿਵੇਂ ਬਾਕੀ ਜਗ੍ਹਾ ਤਾਂ ਉਹਨਾਂ ਨੇ ਲੈ ਲਿਆ ਹੋਇਆ, ਬਾਕੀ 4 ਸਟੇਟਾਂ ਦੇ ਵਿੱਚ ਤਾਂ ਕਿਉਂਕਿ ਬੀਜੇਪੀ ਸੱਤਾ ਦੇ ਵਿੱਚ ਹੈ ਤੇ ਬੀਜੇਪੀ ਦਾ ਵਿਰੋਧ ਕਰਾਂਗੇ। ਔਰ ਯੂਪੀ 'ਚ ਚੱਲ ਵੀ ਰਿਹਾ, ਲਗਾਤਾਰ ਮਹਾਪੰਚਾਇਤਾਂ ਹੋ ਰਹੀਆਂ ਨੇ ਮੁਜ਼ੱਫਰਨਗਰ ਤੋਂ ਬਾਅਦ ਵੀ। ਪੰਜਾਬ ਦੇ ਵਿੱਚ ਥੋੜੀ ਜੀ ਕੰਪਲੈਕਸ ਸਥਿਤੀ ਹੈ, ਉਲਝਣ ਭਰਪੂਰ ਹੈ ਕਿਉਂਕਿ ਇੱਥੇ ਬੀਜੇਪੀ ਸੱਤਾ ਦੇ ਨੇੜੇ ਜਾਣ ਵਾਲੀ ਪਾਰਟੀ ਨਹੀਂ, ਦੂਜੀਆਂ ਨੇ। ਇਹ ਪੰਜਾਬ ਦੇ ਲੋਕਾਂ ਦਾ ਇੱਕ ਬੜੇ ਹਿੱਸੇ ਦਾ ਇਹ ਖਾਹਿਸ਼ ਹੈ ਕਿ ਕਿਸਾਨ ਅੰਦੋਲਨ ਦੇ ਵਿੱਚੋਂ ਕੋਈ ਧਿਰ ਆਵੇ, ਕੋਈ ਮੰਚ ਬਣੇ ਤੇ ਇੱਕ ਅਲਟਰਨੇਟਿਵ ਲੋਕਾਂ ਨੂੰ ਮਿਲੇ, ਬਦਲ ਮਿਲੇ, ਤਾਂ ਕਿ ਅਸੀਂ ਇੱਕ ਕੋਈ ਇਹਨਾਂ ਤੋਂ ਜਿਨ੍ਹਾਂ ਤੋਂ ਸਾਡੀ ਨਿਰਾਸ਼ਤਾ ਸਾਰਿਆਂ ਤੋਂ, ਤੇ ਸਾਨੂੰ ਕੋਈ ਇੱਕ ਨਵਾਂ ਵਿਕਲਪ ਦੇ ਤੌਰ ਤੇ ਵੋਟ ਪਾਉਣ ਦਾ ਮੌਕਾ ਮਿਲ ਸਕੇ। ਇਸ ਗੱਲ ਨੂੰ ਵੀ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ 22 'ਚ ਹਜੇ, ਕਿਉਂਕਿ ਅਜੇ ਸੈਂਟਰਲ ਡਿਬੇਟ ਜਿਹੜੀ ਹੈ, ਬਹਿਸ ਹੈ, ਉਹਦਾ ਵਰਤਾਂਤ ਥੋੜਾ ਜਿਹਾ ਇੱਕ ਹੋਰ ਗੱਲਾਂ ਤੇ ਆਲੇ ਦੁਆਲੇ ਹੋ ਗਿਆ। ਉਹ ਇਕੋ ਸਿਸਟਮ ਬਣ ਜਾਂਦਾ ਕਿ ਤੁਹਾਨੂੰ ਉਹੀ ਆਵਾਜ਼ ਬਾਰ-ਬਾਰ ਸੁਣਦੇ ਆ, ਤੁਸੀਂ ਦੂਜਾ ਦਾਇਰਾ ਭੁੱਲ ਜਾਂਦੇ ਹੋ, ਤੇ ਉਹ ਦਾਇਰਾ ਭੁਲਾਇਆ ਨਹੀਂ ਜਾਣਾ ਚਾਹੀਦਾ ਇਸ ਬਹਿਸ ਦੇ ਵਿੱਚ। ਇਹ ਠੀਕ ਹੈ ਕਿ ਜਿਹੜੀ ਤਿੰਨਾਂ ਦੀ ਮੇਨ ਦੀ ਲੜਾਈ ਹੈ, ਚਾਰਾਂ ਦੀ, ਬੀਜੇਪੀ, ਆਮ ਆਦਮੀ ਪਾਰਟੀ, ਅਕਾਲੀ, ਬੀਐਸਪੀ ਅਲਾਇੰਸ ਤੇ ਕਾਂਗਰਸ, ਇਹਨਾਂ ਦੀ ਲੜਾਈ ਅਜੇ ਤੱਕ 300 ਯੂਨਿਟ, 400 ਯੂਨਿਟ, 500 ਯੂਨਿਟ ਕਿੰਨਾ ਫ੍ਰੀ ਕਰਨਾ ਹੈ, ਕਿਹੜੀਆਂ ਚੀਜ਼ਾਂ ਦੇਣੀਆਂ ਨੇ, ਉੱਥੇ ਤੱਕ ਹੈ। ਅਜੇ ਰੀਅਲ ਪੰਜਾਬ ਦੇ ਏਜੰਡੇ ਤੇ ਉਹ ਆਉਣ ਲਈ ਤਿਆਰ ਨਹੀਂ ਹੈ। ਜੇਕਰ ਆਮ ਆਦਮੀ ਪਾਰਟੀ ਜਿਨ੍ਹਾਂ ਦਾ ਨਾਮ ਚੱਲਦਾ ਸੀ ਮੁੱਖ ਮੰਤਰੀ ਦਾ ਪਿੱਛੇ ਜੇਕਰ ਉਹਨਾਂ ਦੇ ਵਿੱਚੋਂ ਕਿਸੇ ਦਾ ਨਾਮ ਪੇਸ਼ ਕਰਦੀ ਹੈ, ਐਲਾਨ ਕਰਦੀ ਹੈ ਕਿ ਤੁਹਾਡਾ ਸੀਐਮ ਪੰਜਾਬ ਦੇ ਵਿੱਚ ਆਹ ਭਾਈ ਬੰਦਾ ਹੋਊਗਾ, ਤਾਂ ਫਿਰ ਕੀ ਲੱਗਦਾ ਜੋ ਹੁਣ ਕਾਂਗਰਸ ਦਾ ਦਲਿਤ ਪੱਤਾ ਖੇਡਿਆ ਗਿਆ ਕਿ ਮੁਕਾਬਲਾ ਕਰ ਸਕੂਗਾ? ਨਹੀਂ, ਪਤਾ ਨਹੀਂ ਹੁਣ ਕਿਹਨੂੰ ਬਣਾਉਂਦੇ ਨੇ, ਕਿਹਨੂੰ, ਅਜੇ ਤਾਂ ਉਹਨਾਂ ਨੂੰ ਲੱਭਿਆ ਹੀ ਨਹੀਂ। ਅਜੇ ਤਾਂ ਸਰਚ ਕਰ ਰਹੇ ਨੇ। ਭਗਵੰਤ ਮਾਨ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਨੂੰ ਬਣਾਓ, ਤੇ ਉਹ ਤਿਆਰ ਨਹੀਂ ਹੈ। ਜਿੰਨੇ ਵੀ ਚਿਹਰਿਆਂ ਦੇ ਨਾਂ ਆ ਰਹੇ ਨੇ, ਉਛਲ ਰਹੇ ਨੇ ਆਮ ਆਦਮੀ ਪਾਰਟੀ ਦੀ ਤਰਫ ਤੋਂ ਵੀ, ਉਹਦੇ 'ਚ ਭਗਵੰਤ ਮਾਨ ਦਾ ਤਾਂ ਕਿਤੇ ਨਹੀਂ ਨਾਂ ਆ ਰਿਹਾ ਕਿ ਤੁਸੀਂ ਇਹ ਨਹੀਂ ਕਰਦੇ। ਔਰ ਜੇ ਭਗਵੰਤ ਮਾਨ ਰੁੱਸ ਕੇ ਜਿਵੇਂ ਬੈਠਾ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਵੇਂ ਨਵਜੋਤ ਸਿੱਧੂ ਪਾਪੂਲਰ ਬੰਦਾ ਕਾਂਗਰਸ 'ਚ, ਉਹਦੇ ਤੇ ਇਕੱਠ ਹੁੰਦਾ, ਗੱਲ ਹੁੰਦੀ, ਉਹਦੇ ਭਗਵੰਤ ਮਾਨ ਹੀ ਇੱਕ ਪਾਪੂਲਰ ਬੰਦਾ ਪੰਜਾਬ 'ਚ ਜਿਹਦੇ ਨਾਂ ਤੇ ਲੋਕ ਸੁਣਦੇ ਨੇ, ਜਿਹਨੇ ਆਪਣੀ ਦੂਜੀ ਸੀਟ ਜਿੱਤ ਕੇ ਸਾਬਤ ਵੀ ਕੀਤਾ ਆਪਦੇ ਆਪ ਨੂੰ ਕਿ ਹਾਂ ਮੈਂ ਪਾਪੂਲਰ ਹੈਗਾ। ਪਰ ਹੋਰ ਫਿਰ ਜੇ ਉਹ ਨਿਕਲ ਜਾਂਦਾ ਆਮ ਆਦਮੀ ਪਾਰਟੀ ਤੋਂ, ਉਹਦੀ ਗੱਲ ਨਹੀਂ ਮੰਨੀ ਜਾਂਦੀ, ਤਾਂ ਆਮ ਆਦਮੀ ਪਾਰਟੀ ਦਾ ਕੀ ਹੋਊਗਾ? ਇਹ ਵੀ ਤਾਂ ਇੱਕ ਸਵਾਲ ਹੈ। ਪਾਰਟੀ ਤੋਂ ਬਿਨਾਂ, ਪਾਰਟੀ ਦਾ ਬਹੁਤ ਬੜਾ ਵਜੂਦ ਹੁੰਦਾ, ਇਕੱਲਾ ਬੰਦਾ ਪਾਰਟੀ ਤੋਂ ਵੱਡਾ ਨਹੀਂ ਹੁੰਦਾ, ਇਹ ਠੀਕ ਗੱਲ ਹੈ, ਪਰ ਬੰਦਿਆਂ ਦੀ ਵੀ ਤਾਂ ਭੂਮਿਕਾ ਹੁੰਦੀ ਹੈ ਨਾ ਪਾਰਟੀ ਦੇ ਵਿੱਚ ਵੀ। ਜੇ ਦੋ ਅਲੱਗ-ਅਲੱਗ ਕਰਕੇ, ਜੇ ਤਾਂ ਦੋਨੋਂ ਇਕੱਠੇ ਨੇ ਫਿਰ ਹੋਰ ਨਤੀਜਾ ਹੁੰਦਾ, ਜੇ ਦੋਨੋਂ ਅਲੱਗ-ਅਲੱਗ ਹੋ ਜਾਣ ਤਾਂ ਹੋਰ ਨਤੀਜਾ। ਇਸੇ ਕਰਕੇ ਜਿਹੜੀ ਇਹ ਖੇਡ ਜਿਸ ਲੈਵਲ ਦੇ ਦਾਇਰੇ 'ਚ ਇਹ ਗੇਮ ਖੇਡ ਰਹੇ ਨੇ, ਉਹਦੇ 'ਚ ਵੀ ਇੱਕ ਖਲਾ ਦੀ ਸਥਿਤੀ ਬਣੀ ਹੋਈ ਹੈ ਹਜੇ। ਉਹਦੇ 'ਚ ਕਲੀਅਰ ਕੱਟ ਕਹਿਣਾ ਉਹ ਹੈ, ਪਰ ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਅਜੇ ਏਜੰਡੇ ਦੀ ਲੜਾਈ ਚੱਲੇਗੀ, ਮੁੱਦੇ ਦੀ ਲੜਾਈ ਚੱਲੇਗੀ। ਅਜੇ ਟਾਈਮ ਕਾਫੀ ਪਿਆ। ਜੇ ਕਿਸਾਨ ਅੰਦੋਲਨ ਜਿਸ ਢੰਗ ਨਾਲ ਕੁਐਸਚਨੀਅਰ ਤਿਆਰ ਕਰਨ ਦੀ ਗੱਲ ਕਰ ਰਿਹਾ, ਉਹ ਵੱਡੇ ਪੱਧਰ ਤੇ ਵੰਡਿਆ ਜਾਂਦਾ ਪੰਜਾਬ ਦੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਿਆ ਸਵਾਲ ਪੁੱਛੋ ਹਰ ਪਾਰਟੀ ਤੋਂ, ਤੇ ਜੇ ਉਹ ਸਵਾਲ ਪੁੱਛਦੇ ਨੇ ਉਹਦੇ ਦੌਰਾਨ ਕਿਹੜਾ ਘਟਨਾਕ੍ਰਮ ਵਾਪਰਦਾ, ਕਿਸ ਲੈਵਲ ਦਾ ਮਾਹੌਲ ਬਣਦਾ, ਉਹਨੂੰ ਵੀ ਸਾਨੂੰ ਧਿਆਨ 'ਚ ਰੱਖਣ ਦੀ ਲੋੜ ਹੈ। 22 ਦੇ ਵਿੱਚ ਮੁੱਦਾ ਆਧਾਰਿਤ ਸਿਆਸਤ ਜਿਹੜੀ ਹੈ ਉਹਨੂੰ ਖੜੀ ਕਰਨ ਦੀ ਲੋੜ ਹੈ, ਤੇ ਮੁੱਦਾ ਆਧਾਰਿਤ ਸਿਆਸਤ ਖੜੀ ਕਰਨ ਦੇ ਵਿੱਚ ਅੰਦੋਲਨ ਬਹੁਤ ਵੱਡੀ ਭੂਮਿਕਾ ਨਿਭਾ ਸਕਦਾ। ਜੇ ਤੁਹਾਡਾ ਕੀ ਵਿਚਾਰ ਹੈ, ਜੋ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਵਿੱਚ 2022 ਦੇ ਵਿਧਾਨ ਸਭਾ ਚੋਣਾਂ ਨੇ,
ਉਹਨਾਂ ਨੂੰ ਕਿਸ ਤਰ੍ਹਾਂ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ, ਜਾਂ ਫਿਰ ਖੁਦ ਉਹਨਾਂ ਨੂੰ ਚੋਣਾਂ ਲੜ ਲੈਣੀ ਚਾਹੀਦੀਆਂ ਨੇ, ਜਾਂ ਫਿਰ ਕੋਈ ਹੋਰ ਪੰਜਾਬ ਦੇ ਲੋਕਾਂ ਨੂੰ ਏਜੰਡਾ ਦੇਣਾ ਹੋ ਰਾਜਨੀਤਿਕ ਤੌਰ ਤੇ? ਨਹੀਂ, ਮੈਨੂੰ ਇਹ ਲੱਗਦਾ ਕਿ ਐਡਾ ਵੱਡਾ ਅੰਦੋਲਨ ਹੈ, ਇਹਦਾ ਸਿਆਸੀ ਅਸਰ ਵੀ ਹੈ। ਸਿਆਸੀ ਅਸਰ ਇਸ ਤਰ੍ਹਾਂ ਹੈ ਕਿ ਅੰਦੋਲਨ ਸਾਨੂੰ ਜਮਹੂਰੀਅਤ ਦੇ ਨਵੀਂ ਪਰਿਭਾਸ਼ਾ ਦੇ ਰਿਹਾ ਹੈ, ਨਵੀਆਂ ਗੱਲਾਂ ਸਿਖਾ ਰਿਹਾ ਹੈ। ਇਹ ਪਾਰਟੀ ਆਧਾਰਿਤ ਜਮਹੂਰੀਅਤ ਹੈ ਇਕੱਲੀ, ਕਿ 1 ਸਾਲ 5 ਸਾਲਾਂ ਬਾਅਦ ਵੋਟ ਪਾਓ ਇੱਕ ਦਿਨ, ਤੇ ਉਸ ਤੋਂ ਬਾਅਦ ਤੁਹਾਨੂੰ ਕੋਈ ਪੁੱਛੇ ਨਾ ਪੁੱਛੇ ਤੁਸੀਂ ਕੁਝ ਨਹੀਂ ਕਰ ਸਕਦੇ। ਅੰਦੋਲਨ ਨੇ ਡੈਮੋਕ੍ਰੇਸੀ ਦਾ ਇਹ ਰੂਪ ਸਾਡੇ ਸਾਹਮਣੇ ਲਿਆਂਦਾ ਹੈ ਕਿ ਉਹਨੇ ਪਹਿਲਾਂ ਤਾਂ ਇਹ ਸਾਬਤ ਕੀਤਾ ਕਿ ਅਸੀਂ 32 ਜਥੇਬੰਦੀਆਂ ਇਹ ਤੇ ਦੇਸ਼ ਦੀਆਂ ਜਥੇਬੰਦੀਆਂ ਵੱਖ-ਵੱਖ ਵਿਚਾਰਾਂ ਦੇ ਬਾਵਜੂਦ, ਵੱਖ-ਵੱਖ ਪਿਛੋਕੜ ਦੇ ਬਾਵਜੂਦ ਅਸੀਂ ਇਕੱਠੇ ਬਹਿ ਸਕਦੇ ਹਾਂ ਤੇ ਇਕੱਠੇ ਅੰਦੋਲਨ ਲੜ ਸਕਦੇ ਹਾਂ। ਦੂਜਾ, ਫਿਰ ਉਹਨਾਂ ਨੇ ਵੋਟਰ ਵਿਪ ਜਾਰੀ ਕਰਕੇ ਇਹ ਕਿਹਾ ਕਿ ਪਾਰਟੀਆਂ ਦੀ ਰਿਟ ਨਹੀਂ ਚੱਲੇਗੀ, ਹੁਣ ਵੋਟਰ ਦੀ ਲੋਕਾਂ ਦੀ ਚੱਲੇਗੀ। ਤੀਜਾ, ਉਹਨਾਂ ਨੇ ਮਤਵਾਜੀ ਸੰਸਦ ਚਲਾ ਕੇ ਪਾਰਲੀਮੈਂਟ ਮੈਂਬਰਾਂ ਨੂੰ ਮਜਬੂਰ ਕੀਤਾ ਕਿ ਤੁਸੀਂ ਦਰਸ਼ਕ ਗੈਲਰੀ 'ਚ ਬੈਠੋ, ਸਾਡੀ ਸੁਣੋ। ਚੌਥਾ, ਉਹਨਾਂ ਨੇ ਪਾਰਟੀਆਂ ਨੂੰ ਸੱਦ ਕੇ ਪੰਜਾਬ ਦੀਆਂ ਨੂੰ ਕਿਹਾ ਕਿ ਤੁਸੀਂ ਕੰਪੇਨ ਕਿਵੇਂ ਕਰਨੀ ਹੈ, ਕਦੋਂ ਕਰਨੀ ਹੈ, ਤੇ ਸਾਡੇ ਕੋਲ ਗੱਲ ਕਰੋ। ਪਾਰਟੀਆਂ ਚੌਂਕੀ ਭਰਦੀਆਂ ਦਿਖਾਈ ਦਿੱਤੀਆਂ ਤੇ ਉਸ ਲੈਵਲ ਤੇ ਗੱਲਬਾਤ ਹੋਈ ਹੈ। ਇਹ ਇੱਕ ਬਹੁਤ ਵੱਡੀ ਤਬਦੀਲੀ ਹੈ ਪੰਜਾਬ ਦੇ ਹਾਲਾਤ ਦੇ ਵਿੱਚ, ਜੇ ਇਹਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਹਾਂ, ਇਹਦੇ 'ਚ ਫਿਰ ਇਹ ਸਵਾਲ ਉੱਠਦਾ, ਪੰਜਾਬ ਦੇ ਲੋਕ ਕਿਸਾਨ ਜਥੇਬੰਦੀਆਂ ਤੋਂ ਵੀ ਦੇ ਸਾਹਮਣੇ ਵੀ ਇਹ ਸਵਾਲ ਕਰਦੇ ਨੇ ਵੀ ਜੇ ਇਹ ਪਾਰਟੀਆਂ ਦੇ ਕੋਲ ਏਜੰਡਾ ਨਹੀਂ ਹੈ, ਇਹਨਾਂ ਕੋਲ ਨਾ ਕੋਈ ਖੇਤੀ ਦਾ ਅਲੱਗ ਮਾਡਲ ਹੈ, ਨਾ ਖੇਤੀ ਦੀ ਕੋਈ ਗੱਲ ਹੈ, ਨਾ ਬਾਕੀ ਦੀਆਂ ਚੀਜ਼ਾਂ ਨੇ, ਤਾਂ ਫਿਰ ਵੋਟ ਕਿਹਨੂੰ ਪਾਈ ਹੈ? ਅਸੀਂ ਜਮਹੂਰੀਅਤ 'ਚ ਵੋਟ ਵੀ ਤਾਂ ਇੱਕ ਪਾਉਣੀ ਹੈ। ਇਹ ਸਵਾਲ ਨਾਲ ਜੂਝ ਰਿਹਾ ਕਿਸਾਨ ਮੋਰਚਾ, ਤੇ ਇਹ ਸੌਖਾ ਸਵਾਲ ਵੀ ਨਹੀਂ ਹੈ ਉਹਨਾਂ ਦੇ ਸਾਹਮਣੇ। ਇੱਕ ਕਿਸਾਨ ਮੋਰਚੇ ਦੇ ਆਗੂ ਇਹ ਜ਼ਰੂਰ ਕਹਿੰਦੇ ਨੇ ਕਿ, ਔਰ ਹੋਰ ਸਹਿਰਦ ਲੋਕ ਵੀ ਜਿਹੜੇ ਉਹਨਾਂ ਦੇ ਨਾਲ ਜੁੜੇ ਨੇ ਸਾਰੇ, ਕਿ ਕਿਸਾਨ ਅੰਦੋਲਨ ਦੀ ਕੀਮਤ ਤੇ ਕਿ ਅੰਦੋਲਨ ਕਮਜ਼ੋਰ ਹੋ ਜੇ ਫਿਰ ਬਾਈ ਲੜਨਾ ਇਹ ਨਹੀਂ ਠੀਕ ਰਹੇਗਾ, ਠੀਕ ਤਰੀਕਾ ਨਹੀਂ ਹੈ। ਪਰ ਕਿਸਾਨ ਅੰਦੋਲਨ ਅੰਦਰ ਸਹਿਮਤੀ ਬਣਾ ਕੇ ਆਪ ਉਹ ਲੀਡਰ ਨਾ ਵੀ ਲੜਨ, ਕਿਸੇ ਮੰਚ ਨੂੰ, ਕਿਸੇ ਫੋਰਮ ਦੇ ਥਰੂ ਇੱਕ ਅਲਟਰਨੇਟਿਵ ਦਿੰਦੇ ਨੇ ਪੰਜਾਬ ਦੇ ਲੋਕਾਂ ਨੂੰ, ਇੱਕ ਵਿਕਲਪ ਦਿੰਦੇ ਨੇ, ਇੱਕ ਬਦਲਾਅ ਦਿੰਦੇ ਨੇ, ਤੇ ਜਿਹੜੀ ਪੰਜਾਬ ਦੇ ਲੋਕਾਂ ਦੀ ਖਾਹਿਸ਼ ਹੈ ਬੜੇ ਲੰਮੇ ਸਮੇਂ ਤੋਂ, ਤਾਂ ਇੱਕ ਅਲਟਰਨੇਟਿਵ ਪੋਲਿਟਿਕਸ ਜਿਹੜੀ ਹੈ, ਬਦਲਵੀਂ ਸਿਆਸਤ ਦਾ ਵੀ ਰਾਹ ਇਖਤਿਆਰ ਕਰ ਸਕਦਾ ਹੈ। ਔਰ ਲੋਕਾਂ ਦੀ ਖਾਸ਼ ਬੜੇ ਵੱਡੇ ਪੱਧਰ ਤੇ ਹੈ। ਇਹਦੇ ਤੇ ਮੰਥਨ ਕਿਸਾਨ ਅੰਦੋਲਨ ਦੇ ਆਗੂਆਂ ਨੂੰ ਕਰਨਾ ਪਊਗਾ ਤੇ ਆਪਣੇ ਅੰਦਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਸਹਿਮਤੀ ਦੇ ਉੱਤੇ ਲਿਜਾਣਾ ਪਊਗਾ। ਮੇਰ ਸਿੰਘ ਜੀ, ਮੇਰਾ ਇੱਕ ਆਖਰੀ ਸਵਾਲ, ਲਗਾਤਾਰ 3 ਮਹੀਨੇ ਦਾ ਕੁਰਸੀ ਖੇਡੀ ਜਾ ਰਹੀ ਸੀ, ਕਿ ਹੁਣ ਕੀ ਲੱਗਦਾ ਕਿ ਪੰਜਾਬ ਕਰਜ਼ੇ ਦੇ ਢੇਰ ਤੇ ਬੈਠਾ, ਕਿਸਾਨ ਖੁਦਕੁਸ਼ੀਆਂ, ਮਜ਼ਦੂਰ ਖੁਦਕੁਸ਼ੀਆਂ 'ਚ ਨਿੱਤ ਵਾਧਾ, ਜੋ ਸਿਆਸੀ ਪਾਰਟੀ ਨੇ, ਰਵਾਇਤੀ ਪਾਰਟੀਆਂ ਨੇ, ਜਾਂ ਫਿਰ ਜੋ ਰਾਜ ਕਰ ਰਹੀਆਂ ਪਾਰਟੀਆਂ ਨੇ, ਇਹਨਾਂ 'ਚੋਂ ਕੀ ਲੱਗਦਾ ਕਿ ਕਿਸਾਨੀ ਦੇ ਏਜੰਡੇ ਉੱਤੇ, ਕਿਸਾਨੀ ਦੇ ਮੁੱਦੇ ਉੱਤੇ, ਚਾਹੇ ਅੱਜ ਜਾਂ ਫਿਰ ਭਵਿੱਖ ਦੇ ਵਿੱਚ ਜੋ ਵੀ ਸਰਕਾਰ ਬਣਦੀ ਹੈ, ਕੀ ਕੋਈ ਗੱਲ ਕਰੂਗਾ ਜਾਂ ਕੋਈ ਮਸਲਾ ਹੱਲ ਹੋਊਗਾ? ਨਹੀਂ, ਕਿਸਾਨੀ ਦੇ ਏਜੰਡੇ ਤੇ ਗੱਲ ਤਾਂ ਕਰਨੀ ਪਊਗੀ, ਔਰ ਕਰਨੀ ਪੈ ਵੀ ਰਹੀ ਹੈ ਸਾਰਿਆਂ ਨੂੰ। ਸਾਰੇ ਕਹਿੰਦੇ ਨੇ ਅਸੀਂ ਕਿਸਾਨਾਂ ਦੇ ਨਾਲ ਆ, ਪਰ ਅਪਰੋਚ ਦਾ ਲੈਵਲ ਹੈ। ਕਿਸਾਨ ਏਜੰਡੇ ਨੇ, ਕਿਸਾਨਾਂ ਦੇ ਅੰਦੋਲਨ ਨੇ ਡਾਇਗਨੋਜ਼ ਕੀਤਾ ਬਿਮਾਰੀ ਦਾ ਪੰਜਾਬ ਦੀ ਦਾ। ਪਹਿਲੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਜਿਹੜਾ ਇਹ ਵਿਕਾਸ ਦਾ ਮਾਡਲ ਹੈ, ਕਾਰਪੋਰੇਟ ਵਿਕਾਸ ਦਾ ਮਾਡਲ ਹੈ ਜਿਹੜਾ ਸਾਡੇ ਸਾਹਮਣੇ ਹੈ, ਇਹ ਸਾਡੇ ਭਵਿੱਖ ਦਾ ਮਾਡਲ ਨਹੀਂ ਹੋ ਸਕਦਾ। ਇਹ ਸਾਡੀਆਂ ਜ਼ਮੀਨਾਂ ਤੇ ਵੀ ਕਬਜ਼ੇ ਕਰਾਊਗਾ, ਇਹ ਸਾਡੇ ਰੁਜ਼ਗਾਰ ਨੂੰ ਵੀ ਘਟਾਊਗਾ, ਇਹ ਸਾਰੇ ਕਿਤੇ ਕਰੇਗਾ। ਕੀ ਕੋਈ ਪਾਰਟੀ ਤੁਹਾਨੂੰ ਚਾਰਾਂ ਚੋਂ ਜਿਹੜੀਆਂ ਮੇਨ ਦਾਅਵੇਦਾਰ ਨੇ, ਇਹੋ ਜਿਹੀ ਇੱਕ ਪਾਰਟੀ ਨਜ਼ਰ ਆਉਂਦੀ ਹੈ ਜਿਹੜੀ ਇਹ ਖੜ ਕੇ ਕਹੇ ਕਿ ਅਸੀਂ ਕਾਰਪੋਰੇਟ ਮਾਡਲ ਦੇ ਖਿਲਾਫ ਹਾਂ, ਅਸੀਂ ਨਵਾਂ ਮਾਡਲ ਸਿਰਜਾਂਗੇ? ਮੈਨੂੰ ਲੱਗਦਾ ਕੋਈ ਪਾਰਟੀ ਇਸ ਏਜੰਡੇ ਤੱਕ ਜਾਣ ਦੀ ਨਹੀਂ ਹੈ। ਅਗਲੀ ਗੱਲ, ਜਦੋਂ ਕਿਸਾਨ ਅੰਦੋਲਨ ਦੇ ਵਿੱਚ ਇੱਕ ਇਹ ਗੱਲ ਹੋਈ ਕਿ ਖੇਤੀ ਸੂਬਿਆਂ ਦਾ ਸਬਜੈਕਟ ਹੈ, ਇਹ ਤੇ ਕੇਂਦਰ ਸਰਕਾਰ ਕਾਨੂੰਨ ਬਣਾ ਨਹੀਂ ਸਕਦੀ, ਉਹ ਗੈਰ ਕਾਨੂੰਨੀ ਹੈ ਔਰ ਨਹੀਂ ਇਹ ਬਣਨਾ ਚਾਹੀਦਾ। ਫੈਡਰਲ ਸਟਰਕਚਰ ਦਾ ਸਵਾਲ ਹੈ, ਫੈਡਰਲਿਜ਼ਮ ਦਾ ਸਵਾਲ ਹੈ। ਕੀ ਕੋਈ ਪਾਰਟੀ ਦਾਅਵੇ ਨਾਲ ਇਹਨਾਂ ਚਾਰਾਂ ਚੋਂ ਇਹ ਕਹਿ ਸਕੇਗੀ ਕਿ ਮੈਂ ਫੈਡਰਲਿਜ਼ਮ ਦੀ ਸਪੋਰਟਰ ਹਾਂ? ਅਕਾਲੀ ਦਲ ਇਤਿਹਾਸ 'ਚ ਰਿਹਾ, ਪਰ ਅਕਾਲੀ ਦਲ ਨੇ ਧਾਰਾ 370 ਦੇ ਪੱਖ 'ਚ ਵੋਟ ਪਾਈ ਤੋੜਨ 'ਚ, ਅਕਾਲੀ ਦਲ ਨੇ ਨਾਗਰਿਕ ਸੋਧ ਬਿੱਲ ਦੇ ਪੱਖ 'ਚ ਵੋਟ ਪਾਈ, ਆਪ ਨੇ ਵੀ ਪਾਈ ਤੇ ਬਾਕੀ ਨੇ ਵੀ ਪਾਈ। ਬਾਕੀ ਨੇ ਤਾਂ ਖੈਰ ਕਾਂਗਰਸ ਤੇ ਔਰ ਜਿਹੜਾ ਬੀਜੇਪੀ ਤਾਂ ਨੇ ਤਾਂ ਲਿਆਂਦਾ ਹੀ ਆ ਸਾਰਾ ਕੁਝ। ਫਿਰ NIA, UAPA, ਜਿੰਨੇ ਵੀ ਸੈਂਟਰ ਤਾਕਤਾਂ ਦੇ ਕੇਂਦਰੀਕਰਨ ਦਾ ਦੌਰ ਚੱਲਿਆ, ਪੱਖ 'ਚ ਵੋਟ ਪਾਈ। ਤਾਂ ਕਿਸਾਨ ਏਜੰਡੇ ਨੂੰ ਭਵਿੱਖ ਦੇ ਵਿੱਚ ਹੱਲ ਕਰਨ ਦਾ ਜਿਹੜਾ ਨਜ਼ਰੀਆ ਹੈ ਉਹ ਕਿਸੇ ਪਾਰਟੀ ਕੋਲ ਨਹੀਂ। ਗੱਲ ਕਿਸਾਨੀ ਦੀ ਕਰਨਗੇ, ਗੱਲ ਕਹਿਣਗੇ ਅਸੀਂ ਕਰ ਦਾਂਗੇ, ਪਰ ਉਹਦੇ ਤੋਂ ਬਿਨਾਂ ਹੱਲ ਹੋਏਗੀ ਨਹੀਂ। ਇਸ ਕਰਕੇ ਅਗਲੀ ਗੱਲ ਇਹ ਹੈ ਕਿ ਇਹਨਾਂ ਹੀ ਪਾਰਟੀਆਂ ਦੇ ਵਿੱਚੋਂ ਜਿਹੜੀ ਲੋਕਾਂ ਦੀ ਤਾਕਤ ਹੈ, ਲੋਕਾਂ ਦਾ ਸਸ਼ਕਤੀਕਰਨ ਹੈ, ਇੰਪਾਵਰਮੈਂਟ, ਜਿਵੇਂ ਪੰਚਾਇਤੀ ਰਾਜ ਸੰਸਥਾਵਾਂ ਨੇ, 73ਵੀਂ ਸੰਵਿਧਾਨਕ ਸੋਧ ਨੂੰ 28 ਸਾਲ ਹੋ ਗਏ, 29 ਡਿਪਾਰਟਮੈਂਟ ਦੇਣੇ, ਉਹਨਾਂ ਨੂੰ ਕਰਮਚਾਰੀ ਦੇਣੇ, ਉਹਨਾਂ ਦਾ ਬਜਟ ਦੇਣਾ ਕਿਸੇ ਵੀ ਪਾਰਟੀ ਦੇ ਏਜੰਡੇ ਤੇ ਨਹੀਂ ਹੈ। ਇਸੇ ਤਰ੍ਹਾਂ 18 ਡਿਪਾਰਟਮੈਂਟ ਸ਼ਹਿਰਾਂ 'ਚ ਦੇਣੇ ਤੇ ਉਹਨਾਂ ਨੂੰ ਕਰਮਚਾਰੀ, ਪੈਸੇ ਤੇ ਬਾਕੀ ਸਾਰਾ ਜਿਹੜਾ ਉਹਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਦੇਣੀਆਂ, ਉਹ ਵੀ ਕਿਸੇ ਦੇ ਏਜੰਡੇ ਤੇ ਨਹੀਂ ਹੈ। ਇਸ ਲਈ ਉਹ ਏਜੰਡੇ ਤੇ ਨਹੀਂ, ਇੱਥੇ ਸੈਂਟਰਲਾਈਜੇਸ਼ਨ ਹੈ, ਲੀਡਰ ਮਜ਼ਬੂਤ ਕਰਨ ਵਾਲੀ ਗੱਲ ਹੈ, ਲੋਕ ਮਜ਼ਬੂਤ ਕਰਨ ਵਾਲੀ ਨਹੀਂ।
ਕਿਸਾਨ ਅੰਦੋਲਨ ਦੀ ਭਾਵਨਾ ਮੁਤਾਬਕ, ਸਪਿਰਿਟ ਮੁਤਾਬਕ ਚੱਲਣ ਦੇ ਲਾਇਕ ਕੋਈ ਪਾਰਟੀ ਨਹੀਂ। ਇਹਦੇ ਲਈ ਤਾਂ ਇੱਕ ਨਵੇਂ ਦੀ ਲੋੜ ਹੈ। ਹਾਂ, ਜੇ ਉੱਥੋਂ ਕੋਈ ਕੁਝ ਨਹੀਂ ਆਉਂਦਾ, ਕੋਈ ਅਲਟਰਨੇਟਿਵ ਨਹੀਂ ਆਉਂਦਾ, ਕੋਈ ਸਿਆਸਤ ਦਾ ਵਿਕਲਪ ਤੇ ਧੜਾ ਨਹੀਂ ਆਉਂਦਾ, ਫਿਰ ਲੋਕਾਂ ਦੀ ਮਜਬੂਰੀ ਹੈ ਇਹਨਾਂ 'ਚੋਂ ਹੀ ਕਿਸੇ ਨੂੰ ਪਾਉਣਗੇ। ਤਾਂ ਫਿਰ ਇਹਨਾਂ 'ਚੋਂ ਲੋਕ ਦੇਖ ਲੈਣਗੇ ਕਿ ਜਿਹੜੇ ਗਵਰਨੈਂਸ ਲੈਵਲ ਦੇ ਛੋਟੇ ਛੋਟੇ ਮਾਮਲੇ ਨੇ, ਵੱਡੇ ਮਾਮਲੇ ਛੱਡ ਕੇ ਕਿਹੜਾ ਬੰਦਾ ਥੋੜ੍ਹੀ ਬਹੁਤ ਗਵਰਨੈਂਸ ਬਿਹਤਰ ਕਰ ਸਕਦਾ, ਕਿਹੜਾ ਬੰਦਾ ਥੋੜ੍ਹਾ ਬਹੁਤ ਰੁਜ਼ਗਾਰ ਉਹਦੇ ਨਾਲੋਂ ਮਾਮੂਲੀ ਜ਼ਿਆਦਾ ਦੇ ਸਕਦਾ। ਕਿਉਂਕਿ ਪੁਰਾਣੇ ਮਾਡਲ ਤੇ ਚੱਲ ਕੇ ਬਹੁਤੇ ਰੁਜ਼ਗਾਰ ਤਾਂ ਮਿਲਨੇ ਨਹੀਂ, ਤੇ ਉਹ ਤਾਂ ਰੁਜ਼ਗਾਰ ਖੋਏ ਜਾ ਰਹੇ ਨੇ, ਬਹੁਤੇ ਨਹੀਂ ਮਿਲਨੇ। ਥੋੜਾ ਬਹੁਤ ਜਿੰਨਾ ਕੁ ਸਕੋਪ ਹੋਏਗਾ ਫਿਰ ਲੋਕ ਉਹਦੇ 'ਚੋਂ ਪਸੰਦ ਨਾ ਪਸੰਦ ਕਰਕੇ ਵੋਟ ਪਾ ਦੇਣਗੇ। ਇੱਕ ਪੰਜਾਬ ਸਰਕਾਰ ਦਾ ਖਜ਼ਾਨਾ ਆਮ ਲੋਕਾਂ ਲਈ, ਸਮਾਜ ਲਈ ਤਾਂ ਖਾਲੀ ਹੈ, ਪਰ ਜੋ ਕਿਹਾ ਜਾ ਰਿਹਾ ਕਿ 27 ਵਿਧਾਇਕਾਂ ਨੂੰ ਫਿਰ ਕਰੋੜਾਂ ਦੀਆਂ ਗੱਡੀਆਂ ਦੇਣਗੇ। ਨਹੀਂ, ਉਹ ਹੈਗਾ ਹੀ ਆ, ਉਹ ਤਰਜੀਹਾਂ ਨੇ। ਮੈਨੂੰ ਲੱਗਦਾ ਕਿ ਵਿਧਾਇਕਾਂ ਨੂੰ ਗੱਡੀ ਜਾਂ ਵਿਧਾਇਕਾਂ ਨੂੰ ਕੁਝ ਸਹੂਲਤਾਂ ਦੇਣਾ ਇਹ ਬਹੁਤ ਵੱਡੇ ਮੁੱਦੇ ਨਹੀਂ ਹੁੰਦੇ। ਵੱਡੇ ਮੁੱਦੇ ਤੁਹਾਡੀ ਪਾਲਿਸੀ 'ਚ ਹੁੰਦੇ ਨੇ ਕਿ ਇੱਕ ਉਹਦਾ ਰੋਡ ਮੈਪ ਹੁੰਦਾ ਹੈ ਕਿ ਸਾਡੇ ਕੋਲ ਇੰਨਾ ਹੀ ਪੈਸਾ ਹੈ, ਇਸ ਪੈਸੇ ਨੂੰ ਅਸੀਂ ਕਿਵੇਂ ਵਰਤਣਾ ਹੈ, ਉਹਦੀ ਵਰਤੋਂ ਕਿਵੇਂ ਕਰਨੀ ਹੈ। ਕੱਲੀ ਗੱਲ ਇਹ ਥੋੜ੍ਹੀ ਚੰਗੀ ਲੱਗਦੀ ਜਿਹੜੇ ਲੋਕ ਇਸ 'ਚ। ਮੈਨੂੰ ਇਹ ਲੱਗਦਾ ਕਿ ਜੇ MLA, ਮੰਤਰੀ ਤੇ ਚੀਫ ਮਿਨਿਸਟਰ ਉਹ ਕਹਿੰਦਾ ਵੀ ਸਾਡੀ ਜ਼ਿੰਦਗੀ ਇੰਨੀ ਤਨਖਾਹ ਨਾਲ ਚੱਲੇਗੀ, ਸਾਨੂੰ 2 ਲੱਖ ਚਾਹੀਦਾ, ਦੇ ਦਿਓ, ਪਰ ਤੁਹਾਡੀ ਕਾਰਗੁਜ਼ਾਰੀ ਤਾਂ ਕਰਪਸ਼ਨ ਤਾਂ ਨਾ ਕਰੋ। ਤੁਹਾਡੀ ਕਾਰਗੁਜ਼ਾਰੀ ਕੀ ਹੈ, ਤੁਸੀਂ ਜਵਾਬਦੇਹ ਕਿਵੇਂ ਹੋ, ਪਾਰਦਰਸ਼ੀ ਕਿਵੇਂ ਹੋ, ਕੰਮ ਦੇ ਉਹਦੇ ਬਦਲੇ ਕੰਮ ਕੀ ਕਰਦੇ ਹੋ, ਇਹ ਗੱਲਾਂ ਨੂੰ ਨਾਲ ਜੋੜਨਾ ਚਾਹੀਦਾ, ਪਰਫਾਰਮੈਂਸ ਨੂੰ, ਕਾਰਗੁਜ਼ਾਰੀ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ। ਨਹੀਂ ਤਾਂ ਕਈ ਵਾਰ ਇਹ ਬਣ ਜਾਂਦਾ ਕਿ ਜੇ ਕਿਸੇ ਵੀ ਮੁਲਾਜ਼ਮ ਨੂੰ 5-7 ਹਜ਼ਾਰ 10 ਹਜ਼ਾਰ ਤਨਖਾਹ ਦਿੰਦੇ ਹੋ, ਤੁਸੀਂ ਚਲਾਉਂਦੇ ਹੋ, ਤੇ ਜੋ ਉਹਦਾ ਧਿਆਨ ਇਹੀ ਹੈ ਮੇਰੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ, ਤੇ ਉਹ ਕੰਮ ਵੀ ਕਿਵੇਂ ਕਰੇਗਾ। ਇੱਕ ਸਨਮਾਨਜਨਕ ਜ਼ਿੰਦਗੀ ਜਿਉਣ ਦਾ ਗਰੰਟੀ ਹਰ ਨਾਗਰਿਕ ਨੂੰ, ਦੇਸ਼ ਦੇ ਨੂੰ ਹੋਣੀ ਚਾਹੀਦੀ ਹੈ, ਉਹਦੇ 'ਚ ਚਾਹੇ ਕੋਈ ਵੀ ਹੋਵੇ। ਇਸ ਕਰਕੇ ਇਹਨਾਂ ਤਰਜੀਹਾਂ ਤੋਂ ਜਦੋਂ ਹੁਣ ਐਡਾ ਵੱਡਾ ਮੁੱਦਾ ਉੱਭਰਿਆ, ਤਾਂ ਗੁਰੇਜ਼ ਵੀ ਕਰਨਾ ਚਾਹੀਦਾ ਕਿ ਤੁਸੀਂ ਗੱਡੀਆਂ ਤੇ ਤਾਂ ਪੈਸਾ ਲਾ ਰਹੇ ਹੋ, ਬੇਰੁਜ਼ਗਾਰੀ ਇੰਨੀ ਵੱਡੀ ਪੱਧਰ ਤੇ ਫਿਰ ਰਹੀ ਹੈ। ਸਰਕਾਰ ਦੀ ਮਨਸ਼ਾ ਵੀ ਦਿਖਦੀ ਹੈ ਨਾ, ਸਰਕਾਰ ਵੀ ਜਾਣਦੀ ਕਿ ਕੱਲਾ ਵਿਧਾਇਕ ਕਰੋੜਾਂਪਤੀ ਅਰਬਾਂਪਤੀ ਹੈ। ਜੇਕਰ ਆਈ ਪੈਸਾ ਉਹ ਵੈਲਫੇਅਰ ਤੇ ਖਰਚਣ, ਕਿਉਂਕਿ ਵਿਧਾਇਕਾਂ ਤੋਂ ਕੋਲ ਤਾਂ ਪਹਿਲਾਂ ਹੀ ਗੱਡੀਆਂ ਹੈਗੀਆਂ ਨੇ। ਨਹੀਂ, ਮੈਨੂੰ ਲੱਗਦਾ ਸਾਰੇ ਵਿਧਾਇਕਾਂ ਕੋਲ ਗੱਡੀਆਂ ਨਹੀਂ। ਅਸੀਂ ਗਰੀਬ ਤੇ ਅਮੀਰ ਦਾ ਸਾਰੇ ਵਿਧਾਇਕ ਇੱਕੋ ਜਿਹੇ ਨਹੀਂ ਹੁੰਦੇ, ਔਰ ਕਈ ਬਹੁਤ ਇਹੋ ਜਿਹੀ ਬੈਕਗਰਾਊਂਡ 'ਚੋਂ ਆਏ ਹੁੰਦੇ ਨੇ। ਕਈ ਵਿਧਾਇਕ ਬਣੇ ਸੀ ਜਿਹੜੇ ਮੁੰਡੇ, ਜਿਹੜੇ ਪਰਮਲ ਵਰਗੇ, ਜਿਹੜੇ ਲਾਈਨਮੈਨ ਲੱਗਣ ਲਈ ਸੰਘਰਸ਼ ਕਰ ਰਹੇ ਸੀ। ਹੋਰ ਕਈ ਲੋਕ ਇਹੋ ਜਿਹੇ ਜਿਹੜੇ MLA ਬਣੇ ਜਿਨ੍ਹਾਂ ਕੋਲ ਗੱਡੀ ਤਾਂ ਗੱਡੀ, ਮੋਟਰਸਾਈਕਲ ਵੀ ਮੁਸ਼ਕਲ ਕੰਮ ਸੀ, ਉਹ ਇੱਕ ਅਲੱਗ ਸਵਾਲ ਹੈ। ਪਰ ਸਾਡੇ ਵਿਧਾਇਕਾਂ ਨੂੰ ਨਹੀਂ ਗੱਡੀਆਂ ਦਿੱਤੀਆਂ ਹੋਈਆਂ। ਸਾਡੇ ਇੱਕ ਹੋਰ ਗੱਲ ਹੈ, ਸਾਡੇ ਇਹ ਸਿਕਿਉਰਿਟੀ ਵਹੀਕਲ ਹੈ। ਸਿਕਿਉਰਿਟੀ ਵਹੀਕਲ ਖਾੜਕੂਬਾਦ ਦੇ ਸਮੇਂ ਦਿੱਤਾ ਸੀ, ਜਿਪਸੀਆਂ, ਕਿ ਇਹਨਾਂ ਨੂੰ ਕੋਈ ਮਾਰ ਨਾ ਜਾਵੇ, ਐ ਨਾ ਕਰਦੇ। ਅਸੀਂ ਸਿਕਿਉਰਿਟੀ ਵਹੀਕਲ ਨੂੰ ਹੀ ਵਿਧਾਇਕਾਂ ਦਾ ਬਣਾ ਲਿਆ। ਬਾਕੀ ਸੂਬਿਆਂ 'ਚ ਨਹੀਂ ਐ ਕੰਮ ਕਦੇ ਕਿ ਵਿਧਾਇਕਾਂ ਨੂੰ ਐ ਗੱਡੀਆਂ ਦੇਣੀਆਂ ਨੇ। ਇਹਨੂੰ ਪਹਿਲੀ ਗੱਲ ਤਾਂ ਖਾੜਕੂਬਾਦ ਸਮੇਂ ਦੀ ਮਾਨਸਿਕਤਾ ਬਦਲਣੀ ਪੈਣੀ ਹੈ। ਪਰ ਉਹ ਕੱਲੀ ਮਾਨਸਿਕਤਾ ਕੱਲੇ MLAਆਂ ਦੀ ਗੱਡੀ ਵਾਪਸ ਤੱਕ ਨਹੀਂ ਸੀਮਤ ਹੋਣੀ ਚਾਹੀਦੀ। ਉਹ ਤਾਂ ਹੋ ਹੀ ਜਾਏ, ਉਹ ਹੋਣੀ ਚਾਹੀਦੀ ਕਿ ਸਾਡੇ ਜਿੰਨੇ ਪੁਲਿਸ ਜ਼ਿਲ੍ਹੇ ਵਾਧੂ ਬਣਾਏ ਸੀ, ਅਸੀਂ ਉਹ ਪੁਲਿਸ ਜ਼ਿਲ੍ਹਿਆਂ ਨੂੰ ਵੀ ਰੈਵਨਿਊ ਡਿਸਟ੍ਰਿਕਟ ਬਣਾਉਂਦੇ ਜਾ ਰਹੇ ਹਾਂ। ਨਾਲ ਦੀ ਨਾਲ ਪੁਲਿਸ ਜ਼ਿਲ੍ਹੇ, ਜਦੋਂ ਖਾੜਕੂਬਾਦ ਤੁਸੀਂ ਕਹਿੰਦੇ ਹੋ ਅਸੀਂ ਖਤਮ ਕਰਤਾ ਜਾਂ ਘਟਾਤਾ, ਫਿਰ ਉਹ ਜ਼ਿਲ੍ਹੇ ਕਿਉਂ ਨਹੀਂ ਤੋੜੇ? ਫਿਰ ਉਹਨਾਂ ਦੇ ਅਫਸਰ ਕਿਉਂ ਨਹੀਂ ਇਕੱਠੇ ਚੰਡੀਗੜ੍ਹ ਬੁਲਾਏ? ਕਿਉਂ ਐਡੇ ਵੱਡੇ ਪੱਧਰ ਤੇ ਤੁਸੀਂ ਸਾਰੀਆਂ ਚੀਜ਼ਾਂ ਰੱਖ ਰਹੇ ਹੋ? ਤੁਸੀਂ ਦਫਾ 44 ਕਿਉਂ ਅਜੇ ਵੀ ਸਾਰੇ ਡਿਪਟੀ ਕਮਿਸ਼ਨਰ ਕੰਟੀਨਿਊ ਲਾਈ ਰੱਖਦੇ ਨੇ ਆਪੋ ਆਪਣੀਆਂ ਜਗ੍ਹਾ ਤੇ? ਕੰਟੀਨਿਊ ਹੈ ਉਹ, ਬਸ ਨਵਾਂ ਨੋਟਿਸ ਹੀ ਕੱਢਣਾ ਹੁੰਦਾ, ਸਾਰੇ ਕਿਤੇ ਚੱਲ ਰਿਹਾ। ਉਹ ਖਾੜਕੂਬਾਦ ਵੇਲੇ ਦੀ ਜਿਹੜੀ ਮਾਨਸਿਕਤਾ ਹੈ, ਜਿਹੜਾ ਪੁਲਿਸ ਰਾਜ ਸੀ ਉਸ ਸਮੇਂ, ਅੱਜ ਵੀ ਪੁਲਿਸ ਰਾਜ ਦਾ ਦੌਰ ਹੀ ਤੁਸੀਂ ਚਲਵਾ ਰਹੇ ਹੋ। ਜੋ ਮਰਜ਼ੀ, ਜਿਹਨੂੰ ਮਰਜ਼ੀ ਫੜ ਲਓ, ਜਿਹਨੂੰ ਮਰਜ਼ੀ ਛੱਡ ਲਓ। ਇਸ ਲਈ ਇੱਕ ਜਦੋਂ ਪਾਲਿਸੀ ਦੀ ਮੈਂ ਗੱਲ ਕਰਦਾ ਤਾਂ ਇੱਕ ਵਿਆਪਕ ਪੱਧਰ ਤੇ ਸੋਚਣੀ ਪੈਂਦੀ ਹੈ ਉਹ, ਨਾ ਕਿ ਕਿਸੇ ਇੱਕ ਘਟਨਾ, ਇੱਕ ਗੱਲ ਨਾਲ ਉਹਨੂੰ ਸੋਚੋ, ਪਰ ਉਹਨੂੰ ਜੋੜ ਕੇ, ਉਸ ਦੇ ਨਾਲ ਜੋੜ ਕੇ ਸੋਚੋ ਕਿ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ। ਇਹਦਾ ਮਤਲਬ ਬਿਊਰੋਕ੍ਰੇਸੀ ਤੇ ਪੁਲਿਸ ਤੇ ਬਾਕੀ ਦੇ ਲੋਕ ਮਨਮਾਨੀ ਕਰਦੇ ਰਹਿਣ, ਗੁਲਛਰਲੇ ਉਡਾਉਂਦੇ ਰਹਿਣ, ਉਹ ਗੱਡੀਆਂ ਵੀ ਲੈਂਦੇ ਰਹਿਣ ਮਨਪਸੰਦ ਦੀਆਂ, ਤੇ ਉਹ ਵੱਡੇ ਵੱਡੇ ਦਫ਼ਤਰ ਵੀ, ਬਾਕੀ ਚੀਜ਼ਾਂ ਵੀ ਸਾਰੀਆਂ ਕਰਦੇ ਰਹਿਣ, ਤੇ ਕਰਪਸ਼ਨ ਵੀ ਕਰਦੇ ਰਹਿਣ। ਕੱਲਾ ਪੋਲੀਟੀਸ਼ੀਅਨ ਤੇ ਆ ਕੇ ਨਹੀਂ ਗੱਲ ਖੜਦੀ। ਪੋਲੀਟੀਸ਼ੀਅਨ ਦਾ ਰੋਲ ਹੈ ਉਹਦੇ 'ਚ, ਬਿਊਰੋਕ੍ਰੇਸੀ ਦਾ ਵੀ ਹੈ, ਪੁਲਿਸ ਦਾ ਵੀ ਹੈ, ਤੇ ਸਾਰੇ ਤੰਤਰ ਦਾ ਰੋਲ ਹੈ। ਇਸੇ ਲਈ ਤਾਂ ਤਬਦੀਲੀ ਚਾਹੀਦੀ ਹੈ। ਓਵਰਆਲ ਇੱਕ ਨੈਕਸਸ ਬਣ ਗਿਆ, ਗੱਠਜੋੜ ਹੈ। ਜਦੋਂ ਆਪਾਂ ਮਾਫੀਆ ਕਹਿੰਦੇ ਹਾਂ ਕਿ ਚਾਰੇ ਪਾਸੇ ਮਾਫੀਆ ਹੈ, ਇਹ ਰੇਤ ਮਾਫੀਆ ਹੈ, ਟਰਾਂਸਪੋਰਟ ਮਾਫੀਆ ਹੈ, ਇਹ ਫਲਾਨਾ ਮਾਫੀਆ ਹੈ। ਮਾਫੀਆ ਇੱਕ ਨਾਲ ਨਹੀਂ ਬਣਦਾ। ਮਾਫੀਆ ਦਾ ਮਤਲਬ ਹੈ ਸਿਆਸੀ ਧਿਰ ਵੀ ਉਹ 'ਚ ਜੁੜੀ ਹੋਈ ਹੈ, ਬਿਊਰੋਕ੍ਰੈਟਿਕ ਪੁਲਿਸ ਧਿਰ ਵੀ ਉਹ 'ਚ ਜੁੜੀ ਹੋਈ ਹੈ, ਤੇ ਉਹਦੇ 'ਚ ਤਸਕਰ ਤੇ ਬਾਕੀ ਲੋਕ ਵੀ ਜੁੜੇ ਹੋਏ ਨੇ। ਮਾਫੀਆ ਮਿਲ ਕੇ ਬਣਦਾ ਹੈ, ਤੇ ਉਹ ਮਾਫੀਆ ਨੂੰ ਤੋੜਨ ਦੇ ਵਾਸਤੇ ਇੱਕ ਅਲਟਰਨੇਟਿਵ, ਇੱਕ ਬਦਲਵੀਂ ਪੋਲੀਟਿਕਸ ਚਾਹੀਦੀ ਹੈ। ਤੇ ਬਦਲਵੇਂ ਬੰਦੇ ਤਾਂ ਬਾਅਦ ਦੀ ਗੱਲ ਹੈ, ਬੰਦੇ ਤੇ ਪੋਲੀਟਿਕਸ ਦੋਨੋਂ ਬਦਲ, ਇਕੱਲੇ ਬੰਦੇ ਬਦਲਣ ਨਾਲ ਪੋਲੀਟਿਕਸ ਨਹੀਂ ਬਦਲ ਜਾਂਦੀ। ਜੀ ਸ਼ੁਕਰੀਆ ਹਮੀਰ ਸਿੰਘ ਜੀ, ਤੁਸੀਂ ਲੋਕਰਾਣਾ ਤੇ ਜੁੜੇ, ਤੁਹਾਡਾ ਧੰਨਵਾਦ। ਦਰਸ਼ਕੋ, ਸਾਡੇ ਨਾਲ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ ਜੁੜੇ ਹੋਏ ਸੀ। ਜੋ ਪੰਜਾਬ ਦੀ ਆਲ ਓਵਰ ਸਿਆਸੀ ਸਥਿਤੀ ਹੈ, ਉਹ ਸਿਆਸੀ ਸਥਿਤੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜਾ ਘਟਨਾਕ੍ਰਮ, ਕਿਹੜਾ ਬਿਰਤਾਂਤ ਸਿਰ ਸਕਦੀ ਹੈ, ਇਸ ਖੁੱਲ੍ਹ ਕੇ ਉਹਨਾਂ ਨੇ ਵਿਚਾਰ ਚਰਚਾ ਕੀਤੀ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕਰਾਣਾ ਚੈਨਲ ਪੰਜਾਬੀ ਤੇ ਜੁੜੇ ਰਹੋ ਤੁਹਾਡੇ ਆਪਣੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇ ਨਾਲ। ਧੰਨਵਾਦ।